ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਠੀਕ ਹੈ ਜੀ। ਅੱਜ ਤਾਂ ਬਿਲਕੁਲ ਤੋਂ ਵੀ ਜ਼ਿਆਦਾ ਠੀਕ ਹੋਣੇ ਚਾਹੀਦੇ। ਬਿਲਕੁਲ ਜੀ। ਅਸਲ ਦੇ ਵਿੱਚ ਨਾ ਜਦੋਂ ਬੰਦੇ ਦੀ ਕੋਈ ਇੱਛਾ ਪੂਰੀ ਹੋ ਜੇ ਜੀ, ਇੱਛਾ ਮੇਰੀਆਂ ਤਾਂ ਵੈਸੇ ਬਹੁਤ ਛੋਟੀਆਂ ਇੱਛਾਵਾਂ, ਮੇਰੀਆਂ ਬਹੁਤੀਆਂ ਵੱਡੀਆਂ ਨਹੀਂ, ਪਰ ਜਦੋਂ ਵਿਚਾਰਧਾਰਕ ਸਾਂਝ ਵਾਲਾ ਬੰਦਾ ਮਿਲ ਜੇ ਤੇ ਉਦੋਂ ਫਿਰ ਤੁਹਾਡੇ ਮਨ ਦਾ ਮੋਹਰਾ ਜਿਹੜਾ ਪਹਿਲਾਂ ਪਾਉਣ ਲੱਗ ਜਾਂਦਾ ਜੀ। ਔਰ ਇਹ ਇੱਛਾ ਮੈਨੂੰ ਲੱਗਦਾ ਹੈ ਕਿ ਸਾਡੀ ਦੋਵਾਂ ਦੀ ਇਕੱਲਿਆਂ ਦੀ ਨਹੀਂ, ਪ੍ਰਾਈਮ ਏਸ਼ੀਆ ਦੇ ਪਰਿਵਾਰ ਦੀ, ਕਿਉਂਕਿ ਦਰਸ਼ਕ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਉਹਨਾਂ ਦੀ ਜਿਹੜੀ ਇੱਛਾ ਸੀ ਉਹਦੀ ਪੂਰਤੀ ਦੇ ਲਈ ਅੱਜ ਅਸੀਂ ਇਕੱਠੇ। ਬਿਲਕੁਲ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕਿ ਬਲਵੰਤ ਗਾਰਗੀ ਹੋਰਾਂ ਨੇ ਲਿਖਿਆ ਕਿ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਬੜਾ ਅੰਤਰ ਆ। ਮਸ਼ਹੂਰ ਤੁਸੀਂ ਕੋਈ ਵੀ ਊਟ ਪਟਾਂਗ ਕੰਮ ਕਰਕੇ ਹੋ ਸਕਦੇ ਹੋ, ਪਰ ਮਹਾਨਤਾ ਦਾ ਦਰਜਾ ਹਾਸਲ ਕਰਨ ਦੇ ਲਈ ਘਲਣੀ ਪੈਂਦੀ ਆ, ਦਹਾਕੇ ਲੱਗ ਜਾਂਦੇ ਆ। ਕਈ ਵਾਰ ਬੰਦਾ ਜਹਾਨੋਂ ਕੂਚ ਕਰ ਜਾਂਦਾ, ਉਹਨੂੰ ਫਿਰ ਉਹ ਰੁਤਬਾ, ਉਹ ਦਰਜਾ ਮਿਲਦਾ। ਪਰ ਜਿਨ੍ਹਾਂ ਨੂੰ ਜਿਉਂਦੇ ਜੀ ਤੇ ਛੋਟੀ ਉਮਰ ਦੇ ਵਿੱਚ ਇਹ ਦਰਜਾ ਮਹਾਨਤਾ ਵਾਲਾ, ਮਹਾਨਾਇਕ ਵਾਲਾ, ਨਾਇਕ ਵਾਲਾ ਮਿਲ ਜੇ, ਉਹਦੇ ਵਰਗੀ ਤਾਂ ਤਸ਼ਬੀਹ ਕੋਈ ਨਹੀਂ, ਉਹਦੇ ਵਰਗੀ ਰੀਸ ਕੋਈ ਨਹੀਂ ਜੀ। ਔਰ ਇਹ ਸਾਰੀਆਂ ਚੀਜ਼ਾਂ ਵੈਸੇ ਨਿਰਭਰ ਇਸ ਚੀਜ਼ ਤੇ ਵੀ ਕਰਦੀਆਂ ਨੇ ਕਿ ਤੁਹਾਡਾ ਆਪਣਾ ਕਿਰਦਾਰ, ਆਪਣੀ ਸੋਚ, ਆਪਣੀ ਮਿਹਨਤ, ਆਪਣਾ ਸੰਘਰਸ਼ ਕਿਹੋ ਜਿਹਾ। ਜੇਕਰ ਉਹ ਸਕਾਰਾਤਮਕ ਹੋਏਗਾ, ਜੇਕਰ ਉਹ ਚੰਗੇ ਪੱਖ 'ਚ ਹੋਏਗਾ, ਤਾਂ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਜ਼ਰੂਰ ਮਹਾਨਤਾ ਵੀ ਮਿਲੇਗੀ ਤੇ ਮਸ਼ਹੂਰੀ ਵੀ ਮਿਲੇਗੀ। ਬਿਲਕੁਲ। ਇੱਕ ਗੱਲ ਹੋਰ ਆ ਵੀ ਜਦੋਂ ਅਸੀਂ ਅੱਜ ਦੇ ਪ੍ਰਸੰਗ ਦੇ ਵਿੱਚ ਕਲਾ ਦੀਆਂ ਵੱਖ-ਵੱਖ ਸਿਨਫਾਂ ਦੀ ਗੱਲ ਕਰਦੇ ਆ, ਉਦੋਂ ਨਾ ਕਈ ਤਰ੍ਹਾਂ ਦੇ ਉਲਾਂਭੇ, ਕਈ ਤਰ੍ਹਾਂ ਦੇ ਝੋਰੇ, ਜ਼ਿਕਰ ਤੇ ਫਿਕਰ, ਬੜਾ ਕੁਝ ਹੁੰਦਾ ਜ਼ਿਹਨ ਦੇ ਵਿੱਚ ਆਉਂਦਾ। ਪਰ ਜੇਕਰ ਚੰਗੇ ਵੱਲ ਹੀ ਵਧਿਆ ਜਾਵੇ, ਉਹਦੇ ਵਰਗੀ ਰੀਸ ਕੋਈ ਨਹੀਂ। ਜਿਹੜੇ ਅੱਜ ਸਾਡੇ ਵਿਹੜੇ ਦੇ ਵਿੱਚ ਨੇ, ਸਾਡੇ ਨਾਲ ਨੇ, ਉਹਨਾਂ ਨੇ ਇਹ ਗੱਲ ਨੂੰ ਸਾਬਤ ਕਰ ਦਿੱਤਾ ਕਿ ਜੇਕਰ ਸ਼ਾਇਰੀ ਭਰਪੂਰ ਗੱਲ ਕੀਤੀ ਜਾਵੇ, ਜੇਕਰ ਸੋਝੀ ਹੈ ਜਿਹੜੀ ਉਹ ਬਹੁਤ ਉੱਤਮ ਹੋਵੇ, ਜੇਕਰ ਸੁਹਿਰਦਤਾ ਹੋਵੇ, ਸੰਜੀਦਗੀ ਹੋਵੇ, ਚੰਗਾ ਪੜ੍ਹਿਆ ਹੋਵੇ, ਚੰਗਾ ਪੇਸ਼ ਕੀਤਾ ਜਾਵੇ, ਤਾਂ ਉਹ ਸੋਨੇ ਤੇ ਸੁਹਾਗਾ ਨਹੀਂ, ਸਗੋਂ ਮੀਲ ਪੱਥਰ ਇੱਕ ਨਵਾਂ ਕਾਇਮ ਕਰ ਜਾਂਦਾ। ਤੇ ਅੱਜ ਦੇ ਪ੍ਰਸੰਗ ਦੇ ਵਿੱਚ ਇਹ ਵੀ ਗੱਲ ਕਹਿਣੀ ਬਣਦੀ ਹੈ ਵੀ ਜਦੋਂ ਗਾਉਣ ਵਾਲਿਆਂ ਦਾ ਇੱਕ ਹਿੱਸਾ, ਮੁਕੰਮਲ ਨਹੀਂ, ਇੱਕ ਹਿੱਸਾ ਇਹ ਗੱਲ ਕਹਿੰਦਾ ਕਿ ਜੀ ਐਦਾਂ ਗੋਲੀਆਂ ਚੱਲਦੀਆਂ, ਐਦਾਂ ਆ ਹੀ ਹੁੰਦਾ, ਇਹ ਉਹਨਾਂ ਦੀ ਆਪਣੀ ਸੋਚ ਤੇ ਨਿਰਭਰ ਕਰਦੀ ਗੱਲ ਹੈ। ਉਹਨਾਂ ਸਾਰੀਆਂ ਧਾਰਨਾਵਾਂ ਨੂੰ ਰੱਦ ਕਰਨ ਵਾਲੀ ਸ਼ਖਸੀਅਤ ਅੱਜ ਸਾਡੇ ਨਾਲ ਆ। ਬਿਲਕੁਲ। ਸੋ ਆਪਾਂ ਬਹੁਤੀਆਂ ਗੱਲਾਂ ਦੇ ਵਿੱਚ ਸਮਾਂ ਨਹੀਂ ਗਵਾਉਂਦੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਜੀ। ਸਾਡੇ ਨਾਲ ਨੇ ਅੱਜ ਦੇ ਸਮੇਂ ਦੇ ਬੇਹੱਦ ਸੁਰੀਲੇ, ਬੇਹੱਦ ਚੰਗੀ ਸੋਚ ਦੇ ਮਾਲਕ, ਜਿਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਦੇ ਵੱਲੋਂ ਪਿਆਰ ਦਿੱਤਾ ਜਾਂਦਾ। ਗਾਉਣ ਵਾਲਿਆਂ ਦਾ ਵੱਡਾ ਹਿੱਸਾ ਇਹ ਗੱਲ ਮੈਨੂੰ ਕਹਿੰਦਾ ਕਿ ਜੀ 15 ਤੋਂ ਲੈ ਕੇ ਤੇ 25 ਸਾਲ ਤੱਕ ਸਾਡੇ ਸਰੋਤੇ ਆ। ਪਰ ਮੈਂ ਸੋਚਦਾ ਹੁੰਨਾ ਕਿ ਜਿਨ੍ਹਾਂ ਦੀ ਉਮਰ 70 ਸਾਲ ਆ ਉਹ ਕਿੱਥੇ ਜਾਣ, ਜਿਨ੍ਹਾਂ ਦੀ ਉਮਰ 75 ਸਾਲ ਆ ਉਹ ਕਿੱਥੇ ਜਾਣ। ਸੋ ਸਭਨਾਂ ਵਰਗਾਂ ਦੇ ਸਾਂਝੇ ਗਾਇਕ ਨੇ ਸਾਡੇ ਨਾਲ ਅੱਜ ਡਾਕਟਰ ਸਤਿੰਦਰ ਸਰਤਾਜ ਜੀ। ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਾਈ ਜੀ ਤੁਹਾਨੂੰ ਜੀ ਆਇਆਂ ਨੂੰ। ਥੈਂਕ ਯੂ ਜੀ। ਥੈਂਕ ਯੂ। ਮੈਂ ਤੁਹਾਡੀ ਕਲਾ ਦਾ ਕਦਰਦਾਨ ਆ, ਤੁਹਾਡੇ ਬੋਲਾਂ ਦਾ ਕਦਰਦਾਨ ਆ, ਮੇਰੇ ਵਰਗੇ ਲੱਖਾਂ ਹੋਰ ਕਦਰਦਾਨ ਆ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਸਾਨੂੰ ਨਵਾਜ਼ਿਸ਼ ਦਿੱਤੀ ਔਰ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ, ਉੱਥੇ ਸਾਰੀ ਵੈਨਕੂਵਰ ਬੈਠਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਜਿੰਨੇ ਵੀ ਇਹ ਮਿਹਨਤ ਕਰਦੇ ਆ ਇੱਥੇ, ਤੁਸੀਂ ਪੰਜਾਬ 'ਚ ਵੀ ਪ੍ਰਦੇਸ਼ਾਂ 'ਚ ਵੀ, ਤੁਹਾਨੂੰ ਬਹੁਤ ਬਹੁਤ ਸਦਕੇ ਵੀ ਜਾਂਦੇ ਆ, ਮੁਬਾਰਕਾਂ ਵੀ। ਮਿਹਰਬਾਨੀ ਬਾਈ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਦਿਲੀ ਤੌਰ ਤੇ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ, ਕਿਉਂਕਿ ਜੋ ਸੁਨੇਹਾ, ਜੋ ਸੇਧ ਤੁਸੀਂ ਸਮਾਜ ਨੂੰ ਦੇ ਰਹੇ ਹੋ, ਇਹ ਵਾਕਈ ਵੈਸੇ ਤਾਂ ਹਰੇਕ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਪਰ ਜਿਸ ਤਨਦੇਹੀ ਦੇ ਨਾਲ ਤੁਸੀਂ ਇਹ ਜ਼ਿੰਮੇਵਾਰੀ ਨਿਭਾ ਰਹੇ ਹੋ, ਉਹਨੂੰ ਵਾਕਈ ਸਲਾਮ ਹੈ। ਮਿਹਰਬਾਨੀ। ਮੈਨੂੰ ਨਹੀਂ ਲੱਗਦਾ ਮੈਂ ਕੋਈ ਮਤਲਬ ਪਾਰਟਿਕੂਲਰਲੀ ਉਦਮ ਕਰ ਰਿਹਾ ਕਿਸੇ ਚੀਜ਼ ਦਾ। ਮੈਂ ਕੁਦਰਤਨ ਨੇ ਇਹੋ ਜਿਹਾ ਆ, ਪਰ ਉਸ ਸੁਭਾਗ ਇਹ ਨੇ ਕਿ ਸਾਰਿਆਂ ਨੂੰ ਇਹ ਲੱਗਦਾ ਕਿ ਚੰਗੀਆਂ ਗੱਲਾਂ ਕਰ ਰਿਹਾ। ਸੋ ਇਸ ਕਰਕੇ ਵਡਿਆਈ ਜਿਹੜੇ ਸਰਾਉਂਦੇ ਨੇ ਤਕਰੀਬਨ ਉਹਨਾਂ ਦੀ ਹੈ। ਜਿਵੇਂ ਤੁਹਾਡੇ ਵਰਗੇ ਲੋਕ ਜਦੋਂ ਇੰਨੀਆਂ ਤਸ਼ਬੀਹਾਂ ਦਿੰਦੇ ਨੇ, ਏਡਾ ਸਤਿਕਾਰ ਕਰਦੇ ਨੇ। ਬਹੁਤ ਮਿਹਰਬਾਨੀ ਬਾਈ ਜੀ। ਵੈਸੇ ਚਲੋ ਮੁੱਢਲਾ ਸਵਾਲ ਇਹੀ ਹੈ ਵੀ ਪੜ੍ਹਦੇ ਕਿੰਨਾ ਕੁ ਸਮਾਂ ਤੇ ਅੱਜ ਦੀ ਤਰੀਕ ਦੇ ਵਿੱਚ, ਹੁਣ ਇਸ ਵਕਤ, ਜਾਂ 2 ਦਿਨ ਪਹਿਲਾਂ, ਜਾਂ ਅੱਜ, ਜਾਂ ਹਫ਼ਤਾ ਪਹਿਲਾਂ, ਕਿਹੜੀ ਕਿਤਾਬ ਪੜ੍ਹ ਕੇ ਹਟੇ ਹੋ ਜਾਂ ਪੜ੍ਹ ਰਹੇ ਹੋ? ਪੜ੍ਹਦਾ ਮੈਂ ਕਾਫੀ ਹਾਂ। ਖੂਬੀ ਇਹ ਹੋ ਗਈ ਆ ਅੱਜ ਕੱਲ੍ਹ ਕੰਟੈਂਪਰੇਰੀ ਵਰਲਡ ਦੀ, ਖਾਸ ਤੌਰ 'ਤੇ ਟੈਕਨੋਲੋਜੀ ਦੀ, ਕਿ ਕਿਤਾਬਾਂ ਹੁਣ ਤੁਹਾਨੂੰ ਚੱਕਣ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਫੋਨ 'ਚ ਡਾਊਨਲੋਡ ਹੋ ਜਾਂਦੀਆਂ, ਹੈ ਨਾ। ਸੋ ਇਹਨੂੰ ਇੱਕ ਸਕਾਰਾਤਮਕ ਚੇਂਜ ਦੇ ਤੌਰ 'ਤੇ ਦੇਖਣਾ ਚਾਹੀਦਾ, ਪਰ ਕਿਤਾਬਾਂ ਲੈ ਜ਼ਰੂਰ ਲੈਣੀਆਂ ਚਾਹੀਦੀਆਂ, ਚਾਹੇ ਫੋਨ 'ਚ ਹੀ ਲਓ, ਕਿਉਂਕਿ ਅਲਟੀਮੇਟਲੀ ਮੋਟਿਵ ਹੈ ਪੜ੍ਹਨਾ। ਉਹ ਲਜ਼ਤ ਵੱਖਰੀ ਗੱਲ ਹੈ ਕਿ ਜਿਹੜਾ ਪੰਨਾ ਪਲਟਣ ਦੀ, ਪੰਨਾ ਮੋੜਨ ਦੀ, ਜਾਂ ਉੱਤੇ ਕੁਛ ਲਿਖਣ ਦੀ, ਉਹ ਇੱਕ ਲੁਤਫ ਅਲੱਗ ਹੈ। ਜਿਹਨਾਂ ਲੋਕਾਂ ਨੇ ਉਹ ਮਾਣਿਆ ਉਹ ਨਹੀਂ ਛੱਡ ਸਕਦੇ, ਪਰ ਜਿਹੜੇ ਸ਼ਿਫਟ ਹੋ ਜਾਂਦੇ ਆ ਉਹ ਕੰਟੀਨਿਊ ਕਰ ਸਕਦੇ ਆ। ਕਿਉਂਕਿ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਸਾਡਾ ਜਿੰਨਾ ਵੀ ਟਾਈਮ ਹੋਏਗਾ ਅੱਜ ਗੱਲਬਾਤ ਦਾ, ਕਿਉਂਕਿ ਮੇਰੇ ਕੋਲ ਤਕਰੀਬਨ ਤਜਰਬੇ ਜ਼ਿੰਦਗੀ ਦੇ ਜਾਂ ਤਸ਼ਬੀਹਾਂ ਹੈਗੀਆਂ ਜਿਨ੍ਹਾਂ ਦੇ ਸਦਕੇ ਤੁਸੀਂ ਗੱਲ ਨੂੰ ਦ੍ਰਿੜ ਤਰੀਕੇ ਦੇ ਨਾਲ ਹੋਰ ਪੁਖਤਾ ਤਰੀਕੇ ਨਾਲ ਕਹਿ ਸਕਦੇ ਹੋ। ਹੁਣ ਪੜ੍ਹਨ ਦੀ ਜੇ ਮੈਂ ਤੁਹਾਨੂੰ ਗੱਲ ਕਵਾਂ, ਰੀਸੈਂਟਲੀ ਜਿਹੜਾ ਤੁਸੀਂ ਅੱਜ ਅਸੀਂ ਗੱਲ ਕਰਾਂਗੇ ਜਿਹਦੀ ਅਫਸਾਨੇ ਦੀ, ਉਹਨੂੰ ਉਹ ਵਿਚਾਰਨ ਦੇ ਲਈ, ਉਹਦਾ ਟਾਈਟਲ ਰੱਖਣ ਲਈ ਜਾਂ ਉਹਦੀ ਰਿਸਰਚ ਦੇ ਲਈ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਮੁਹੰਮਦ ਲਤੀਫ
ਸਾਹਿਬ ਦੀ, ਉਹਦਾ ਨਾਮ ਹੀ ਹੈ ਪੰਜਾਬ। 1889 ਝੰਗ 'ਚ ਬੈਠ ਕੇ ਉਹਨਾਂ ਨੇ ਲਿਖੀ ਸੀ, ਉਹ ਬ੍ਰਿਟਿਸ਼ ਰਾਜ ਸੀਗਾ ਉਦੋਂ। ਉਸ ਤੋਂ ਬਾਅਦ ਉਹਦਾ ਤਰਜਮਾ ਗੁਰਮੁਖੀ 'ਚ ਕਰਕੇ ਛਪਿਆ, ਜਿਹੜਾ ਕਿ ਅਸੀਂ ਆਮ ਲੋਕ ਪੜ੍ਹਦੇ ਹਾਂ। ਲਾਇਬ੍ਰੇਰੀ ਦੇ ਵਿੱਚੋਂ ਬਹੁਤ ਹੀ ਲਿਮਟਿਡ ਐਡੀਸ਼ਨ 'ਚੋਂ ਕਿਤਾਬ ਸੀ, ਅਤੇ ਸਾਡੇ ਪੰਜਾਬ ਯੂਨੀਵਰਸਿਟੀ ਕੈਂਪਸ 'ਤੇ ਉਹ ਸਾਨੂੰ ਉਹ ਨਹੀਂ ਸੀ ਦਿੰਦੇ, ਬਸ ਘਰ ਲਿਜਾਣ ਲਈ ਜਾਂ ਹੋਸਟਲ ਲਿਜਾਣ ਲਈ ਸੀ ਦਿੰਦੇ। ਅਤੇ ਮੈਂ ਉਹਨੂੰ ਫੋਟੋ ਸਟੇਟ ਕਰਵਾ ਕੇ ਬਹੁਤ ਹੀ ਜਿੱਦਾਂ ਨਹੀਂ ਹੁੰਦਾ ਪਿਆਰ ਨਾਲ ਉਹਦੀ ਬਾਈਂਡਿੰਗ ਕਰਾਈ, ਫਿਰ ਉਹਦੀ ਲੈਦਰ ਦੀ ਉੱਪਰੋਂ ਜਿੱਦਾਂ ਕਿਤਾਬ ਹੁੰਦੀ ਹੈ ਦੇਖਣ ਨੂੰ ਇਸ ਤਰ੍ਹਾਂ ਹੀ ਲੱਗੇ, ਉੱਪਰ ਛਾਪਾ 골ਡਨ ਕਲਰ ਦਾ ਲੱਗਿਆ, ਉੱਥੇ ਲਿਖਿਆ ਪੰਜਾਬ ਐਮ ਲਤੀਫ 1889 ਝੰਗ। ਸੋ ਮੈਨੂੰ ਇਹ ਚੀਜ਼ਾਂ ਦਾ ਸ਼ੌਕ ਹੈ। ਹੁਣ ਮੈਂ ਜਦੋਂ ਪੜ੍ਹ ਰਿਹਾ ਸੀਗਾ ਤਕਰੀਬਨ 20 ਦਿਨ ਪਹਿਲਾਂ, ਅਤੇ ਉਹ ਕਿਤਾਬ ਦੇ 10ਵੇਂ ਪੰਨੇ ਦੇ ਉੱਤੇ ਮੈਂ ਆਪਣੇ ਨਾਲ ਹੀ ਨੀਲੇ ਹੱਥ ਨਾਲ ਨੀਲੇ ਪੈਨ ਨਾਲ ਕੋਈ ਲਾਈਨ ਲਿਖੀ ਹੋਈ ਸੀ, ਕਿਉਂਕਿ ਉਹ ਗੱਲ ਕਰ ਰਿਹਾ ਸੀ 10 ਅਗਸਤ 1353 ਦੀ। ਤੇ ਮੈਂ ਉਹਦੇ ਥੱਲੇ ਲਿਖਿਆ ਕਿ ਕਿੰਨਾ ਇਤਫਾਕ ਹੈ ਕਿ ਅੱਜ ਵੀ 10 ਅਗਸਤ ਹੈ, ਪਰ ਮੈਂ ਅੱਜ ਐਮਸਟਰਡਮ ਏਅਰਪੋਰਟ ਤੇ ਬੈਠਾ ਇਹ ਕਿਤਾਬ ਪੜ੍ਹ ਰਿਹਾ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਟੂਰ ਕਰਨ ਜਾ ਰਿਹਾ ਸੀ। ਵਾਇਆ ਐਮਸਟਰਡਮ, ਤੁਸੀਂ ਸਟੇਟਸ ਜਾਂਦੇ ਹੋ, ਉੱਥੇ ਰੁਕੇ ਹੋਣੇ ਆ। ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਮੈਂ ਪਹਿਲੀ ਵਾਰੀ ਵੀ ਜਦੋਂ ਪ੍ਰਦੇਸ਼ ਗਿਆ ਤੇ ਕਿਤਾਬਾਂ ਮੇਰੇ ਨਾਲ ਗਈਆਂ। ਸੋ ਇਸ ਕਰਕੇ ਮੇਰੀ ਇਹ ਬਹੁਤ ਸਾਂਝ ਹੈ। ਕੱਲ੍ਹ ਵੀ ਅਸੀਂ ਬੰਬੇ ਸੀ, ਅਤੇ ਬੰਬੇ ਤੋਂ ਵਾਪਸ ਆਉਂਦੇ ਮੇਰੇ ਨਾਲ ਭਾਜੀ ਬੈਠੇ ਸੀ, ਅਤੇ ਉਹ ਸੌਂ ਗਏ ਜਾਂ ਆਪਣਾ ਦੇਖ ਰਹੇ, ਅਤੇ ਮੈਂ ਫ਼ੋਨ ਦੇ ਉੱਤੇ ਕਿਤਾਬ ਪੜ੍ਹ ਰਿਹਾ। ਸੋ ਜਦੋਂ ਵੀ ਮੈਨੂੰ ਵਕਤ ਮਿਲਦਾ, ਤਕਰੀਬਨ ਮੈਂ ਟੈਲੀਵਿਜ਼ਨ ਮੈਨੂੰ ਘੱਟ ਦੇਖਣ ਦਾ ਮੌਕਾ ਵੀ ਮਿਲਦਾ, ਮੈਂ ਦੇਖਦਾ ਵੀ ਘੱਟ ਹਾਂ। ਜ਼ਿਆਦਾ ਤੋਂ ਜ਼ਿਆਦਾ ਮੈਨੂੰ ਇਹ ਹੁੰਦਾ ਕਿ ਚਲ ਜੇ ਇਕੱਲੇ ਹੈਗੇ ਆ ਜਾਂ ਤਾਂ ਕੁਛ ਲਿਖ ਲਈਏ ਜਾਂ ਪੜ੍ਹ ਲਈਏ। ਵਾਹ, ਕੀ ਬਾਤ ਹੈ ਭਾਈ ਜੀ। ਇੱਕ ਇਹ ਦੱਸੋ ਵੀ ਜਦੋਂ ਤੁਸੀਂ ਇੰਨੇ ਸੰਜੀਦਾ ਹੋ ਗੀਤਾਂ ਦੇ ਵਿੱਚ, ਤੁਹਾਡੀ ਗਾਇਕੀ ਦੇ ਵਿੱਚੋਂ ਸੰਜੀਦਗੀ ਹੈ, ਤੁਹਾਡੀ ਗਾਇਕੀ ਦੇ ਵਿੱਚੋਂ ਸਮੇਂ ਦੀ ਹਕੀਕਤ ਝਲਕਦੀ ਹੈ। ਤੁਸੀਂ ਪਾਣੀਆਂ ਦੇ ਬਾਰੇ ਗੱਲ ਕਰਦੇ ਹੋ, ਤੁਸੀਂ ਦਰਖਤਾਂ ਬਾਰੇ ਗੱਲ ਕਰਦੇ ਹੋ, ਤੁਸੀਂ ਮਾਂ ਬੋਲੀ ਬਾਰੇ ਗੱਲ ਕਰਦੇ ਹੋ। ਤੇ ਜਦੋਂ ਤੁਸੀਂ ਤੁਹਾਡਾ ਕੋਈ ਇੱਕ ਦਾਇਰਾ ਇਹੋ ਜਿਹਾ ਵੀ ਹੋਊਗਾ ਜਿੱਥੇ ਤੁਸੀਂ ਬਹੁਤ ਹਾਸਾ ਠੱਠਾ ਕਰਦੇ ਹੋ। ਮੈਨੂੰ ਇਹ ਲੱਗਦਾ ਵੀ ਜਿਵੇਂ ਤੁਹਾਡੇ ਗੀਤ ਆ ਨਾ, ਤੁਸੀਂ ਸਾਡੇ ਦੋਸਤਾਂ ਨੂੰ ਵੀ ਕਹਿੰਦੇ ਹੋਗੇ ਇਕਾਂਤ ਵਸ ਗੁਫ਼ਤਗੂ ਕੀਤੀ ਜਾਊਗੀ, ਮੇਰੇ ਬਲਬਲਿਆਂ ਦੀ ਪੇਸ਼ਕਾਰੀ ਇਸ ਤਰੀਕੇ ਨਾਲ ਹੋ ਸਕਦੀ ਹੈ। ਏਦਾਂ ਹੀ ਹੁੰਦਾ ਜਾਂ ਉਦਾਂ ਹਾਸਾ ਠੱਠਾ? ਨਹੀਂ, ਬਿਲਕੁਲ। ਮੈਂ ਤੁਹਾਨੂੰ ਇਹ ਸੱਚੀ ਗੱਲ ਜਸਵੰਤ ਭਾਜੀ ਦੱਸਣਾ ਚਾਹੁੰਦਾ ਕਿ ਜ਼ਿਆਦਾਤਰ ਲੋਕਾਂ ਦੇ, ਜਿਵੇਂ ਮੇਰੇ ਦੋਸਤ ਹੈ, ਉਹਨਾਂ ਦੇ ਅੱਗੇ ਰਿਸ਼ਤੇਦਾਰ ਕੋਈ ਹੋਣਗੇ, ਕਹਿੰਦੇ ਯਾਰ ਤੁਸੀਂ ਉਹਨਾਂ ਦੇ ਘਰ ਗਏ ਸੀ, ਉਹ ਘਰ ਵੀ ਏਦਾਂ ਸਲਵਾਰ ਕਮੀਜ਼ 'ਚ ਰਹਿੰਦੇ ਆ, ਤੇ ਉਹ ਘਰ ਇੱਦਾਂ ਸ਼ਾਇਰੀ 'ਚ ਗੱਲ ਕਰਦੇ ਆ, ਜਾਂ ਇਹ ਪਰਸੈਪਸ਼ਨ ਬਣ ਜਾਂਦੀ ਕਿਸੇ ਬੰਦੇ ਦੀ ਬਾਰੇ। ਪਰ ਨਹੀਂ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ। ਇੱਕ ਨਾਰਮਲ ਹਿਊਮਨ ਬੀਇੰਗ ਵਾਂਗੂ ਜਿੱਦਾਂ ਵੀ ਕੋਈ ਬਿਹੇਵ ਕਰਦਾ ਉੱਦਾਂ ਹੀ ਸਾਰੇ ਹੀ ਕਰਦੇ ਆ। ਚਾਹੇ ਜੇ ਤੁਸੀਂ ਅੱਜ, ਮੈਂ ਤਾਂ ਚਲੋ ਬਹੁਤ ਛੋਟੀ ਚੀਜ਼ ਆ, ਜੇ ਤੁਸੀਂ ਰੋਬਰਟ ਡਿਨੇਰੋ ਦੀ ਗੱਲ ਕਰੋਗੇ, ਜੇ ਤੁਸੀਂ ਅਮਿਤਾਭ ਬੱਚਨ ਸਾਹਿਬ ਦੀ ਗੱਲ ਕਰੋਗੇ, ਜਾਂ ਕਿਸੇ ਵੀ ਗੁਲਜ਼ਾਰ ਸਾਹਿਬ ਦੀ ਗੱਲ ਕਰੋਗੇ, ਤੇ ਜਦੋਂ ਆਪਣੇ ਘਰ ਆਪਣੇ ਬੱਚਿਆਂ ਦੇ ਪਰਿਵਾਰ ਨਾਲ ਹੋਣਗੇ ਤੇ ਉਹ ਹੱਸਦੇ ਹੋਣਗੇ, ਓਬਵੀਅਸਲੀ ਚਾਹ ਪੀਂਦੇ ਹੋਣਗੇ, ਥੱਲੇ ਲਿਟਦੇ ਹੋਣਗੇ, ਸਾਰਾ ਕੁਛ ਹੈ। ਸੋ ਇਹ ਇੱਕ ਹਿਊਮਨ ਟੈਂਡੈਂਸੀ ਹੈ, ਮਰਨੀ ਨਹੀਂ ਚਾਹੀਦੀ। ਇਹਦੇ ਨਾਲ ਹੀ ਤੁਸੀਂ ਇਹਦੇ ਨਜ਼ਦੀਕ ਰਹਿੰਦੇ ਹੋ, ਇਹਦੇ ਕਰਕੇ ਤੁਸੀਂ ਮਤਲਬ ਕਿਸੇ ਦੇ ਗੀਤ ਲਿਖ ਸਕਦੇ ਹੋ। ਬਹੁਤ ਵਧੀਆ, ਕੀ ਬਾਤ ਆ ਬਾਈ ਜੀ। ਜਿਹੜੀ ਨਾ ਜਿਵੇਂ ਹੁੰਦੀ ਨਾ ਫਿਲਮਾਂ ਦੇ ਵਿੱਚ ਫਲੈਸ਼ਬੈਕ, ਉਹ ਜਿਹੜੀ ਪਿੱਠਵਰਤੀ ਕਹਾਣੀ ਚੱਲਦੀ ਹੈ, ਅਸੀਂ ਉਵੇਂ ਚਲਾਵਾਂਗੇ ਵਰਤਮਾਨ ਤੋਂ ਤੁਹਾਡੇ ਪਿਛੋਕੜ ਤੱਕ ਦੀ। ਗੁਰਮੁਖੀ ਦਾ ਬੇਟਾ ਜੀ, ਇਹ ਤੁਹਾਡਾ ਤਾਜ਼ਾ ਤਰੀਨ ਜਿਹੜਾ ਹੁਣੇ ਗੀਤ ਆਇਆ ਜੀ, ਜਿਹਨੇ ਸਾਨੂੰ ਭਾਵੁਕ ਵੀ ਕੀਤਾ, ਜਿਹਨੇ ਸਾਨੂੰ ਸਾਡੀ ਮਾਂ ਬੋਲੀ ਦੇ ਹੋਰ ਨੇੜੇ ਹੋਣ ਵਾਸਤੇ ਪ੍ਰੇਰਿਤ ਵੀ ਕੀਤਾ, ਜਿਹਨੇ ਸਾਡੇ ਅੰਦਰ ਸੁੱਤੇ ਪਏ ਵਲਵਲੇ ਵੀ ਜਗਾਏ ਆ। ਇਹ ਗੀਤ ਕਿਵੇਂ ਜਾਗਿਆ ਤੁਹਾਡੇ ਅੰਦਰ, ਪੈਦਾ ਕਿਵੇਂ ਹੋਇਆ? ਪੈਦਾ ਮੈਂ ਇਹਦੀ ਸਿਹਰਾ ਵੈਸੇ ਉਸੇ ਧਰਤੀ ਨੂੰ ਦੇਣਾ ਚਾਹੁੰਦਾ ਜਿਹਦਾ ਮੈਂ ਜ਼ਿਕਰ ਕੀਤਾ, ਜਿੱਥੇ ਤੁਹਾਡਾ ਹੈੱਡ ਆਫਿਸ ਵਸਦਾ, ਕੈਨੇਡਾ ਦੀ ਧਰਤੀ, ਖਾਸ ਤੌਰ 'ਤੇ BC ਵੈਨਕੂਵਰ ਦੀ ਧਰਤੀ। ਜਦੋਂ ਵੀ ਅਸੀਂ ਉੱਥੇ ਪ੍ਰੈਸ ਕਾਨਫਰੰਸ ਕਰਦੇ ਸੀ ਨਾਰਦਰਨ ਅਮਰੀਕਾ 'ਚ ਕਿਤੇ ਵੀ, ਉੱਥੋਂ ਦੇ ਪੰਜਾਬੀਆਂ ਨੂੰ ਇੱਥੋਂ ਦੇ ਪੰਜਾਬ ਨਾਲ ਮੁਹੱਬਤ ਬਹੁਤ ਹੈ, ਸਾਂਝ ਬਹੁਤ ਹੈ, ਜ਼ੁਬਾਨ ਨਾਲ, ਬੋਲੀ ਨਾਲ, ਤਹਿਰੀਰ ਨਾਲ, ਵਿਰਸੇ ਨਾਲ, ਵਿਰਾਸਤ ਨਾਲ, ਸਾਰੀਆਂ ਚੀਜ਼ਾਂ। ਉਹਨੂੰ ਖੇਤ ਚੰਗੇ ਲੱਗਦੇ, ਪਿੰਡ ਚੰਗਾ ਆਉਣਾ ਚੰਗਾ ਲੱਗਦਾ, ਜਦਕਿ ਹੁਣ ਲੋਕ ਪਿੰਡਾਂ ਤੋਂ ਸ਼ਹਿਰ ਨੂੰ ਜਾ ਰਹੇ ਨੇ, ਮੁੰਡਾ ਪਿੰਡ ਤੋਂ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਉੱਥੇ ਹਮੇਸ਼ਾ ਸਵਾਲ ਇਹ ਹੁੰਦਾ ਸੀਗਾ ਕਿ ਅੱਛਾ, ਜਿੱਦਾਂ ਤੁਸੀਂ ਕਿਹਾ ਕਿ ਯਾਰ ਬੋਲੀ ਦਾ ਕੀ ਬਣੂਗਾ, ਪੰਜਾਬੀ ਬੋਲੀ ਤਾਂ ਮਰ ਰਹੀ ਆ, ਪੰਜਾਬੀ ਬੋਲੀ ਨੂੰ ਇਹ ਹੋ ਗਿਆ, ਪੰਜਾਬੀ ਬੋਲੀ ਨੂੰ ਇਹ ਹੋ ਗਿਆ। ਅਤੇ ਉਹ ਚੀਜ਼ਾਂ ਦੇ ਚਲੋ ਜਿਹੜੇ ਇੱਕ ਪਰਟੀਕੂਲਰ ਜਵਾਬ ਹੁੰਦੇ ਤੁਸੀਂ ਦੇ ਦਿੰਦੇ ਹੋ ਇੰਟਰਵਿਊ 'ਚ, ਪਰ ਇੱਕ ਬੀਇੰਗ ਅ ਸੈਂਸਿਟਿਵ ਪਰਸਨ ਔਰ ਬੀਇੰਗ ਅ ਸੈਂਸਿਟਿਵ ਪੋਇਟ, ਤੁਹਾਡੇ ਜ਼ਹਿਨ 'ਤੇ ਕਈ ਚੀਜ਼ਾਂ ਦਾ ਅਸਰ ਰਹਿੰਦਾ। ਤੁਸੀਂ ਕਹਿੰਦੇ ਹੋ ਕਿ ਯਾਰ ਇਹ ਮੇਰੇ ਲੋਕ ਨੇ, ਜਿਨ੍ਹਾਂ ਨੇ ਤੁਹਾਨੂੰ ਸਤਿੰਦਰ ਤੋਂ ਸਰਤਾਜ ਬਣਾਇਆ, ਇਹਨਾਂ ਨੂੰ ਇਹ ਖਦਸ਼ੇ ਆ, ਇਹਦੀ ਵਜ੍ਹਾ ਕੀ ਆ, ਇਹਦਾ ਹੱਲ ਕੀ ਹੋ ਸਕਦਾ, ਹੈ ਨਾ। ਸਮਟਾਈਮ ਤੁਸੀਂ ਸੋਚ ਸਕਦੇ ਹੋ, ਚਾਹੇ ਫਲਾਈਟ 'ਚ ਆਉਂਦੇ ਹੋਏ ਸੋਚੋ ਯਾਰ ਕਿ ਉਹਨਾਂ ਨੇ ਪੁੱਛਿਆ ਸੀਗਾ, ਇਹ ਐਕਚੁਅਲੀ ਹੈਗਾ ਵੀ ਹੈ ਕਿ ਇਹਨਾਂ ਨੂੰ ਲੱਗਦਾ ਹੀ ਹੈ। ਸੋ ਮੈਨੂੰ ਇਹ ਲੱਗਿਆ ਕਿ ਬੋਲੀ ਨੂੰ ਕੋਈ ਖਤਰਾ ਨਹੀਂ ਆ, ਖਤਰਾ ਹੈਗਾ ਸਕ੍ਰਿਪਟ ਨੂੰ, ਬੇਸਿਕਲੀ ਲਿਪੀ ਨੂੰ। ਜਦੋਂ ਤੁਸੀਂ ਪੰਜਾਬ 'ਚ ਦੇਖ ਲਓ, ਜਿੱਦਾਂ ਤੁਸੀਂ ਕਹਿੰਦੇ ਸਕੂਲਾਂ 'ਚ ਬੰਦ ਹੋ ਗਈ 6ਵੀਂ ਜਮਾਤ 'ਚ, ਜਿੱਦਾਂ 100 ਰੁਪਏ ਜੁਰਮਾਨਾ ਲੱਗਦਾ। ਜਲੰਧਰ ਦੇ ਕਈ ਸਕੂਲ ਇਹੋ ਜਿਹੇ ਆ ਜਿਹੜੇ ਨਿੱਜੀ ਸਕੂਲ ਆ, ਜੇਕਰ ਤੁਸੀਂ ਆਪਣੀ ਕਾਪੀ ਦੇ ਵਿੱਚ ਇੱਕ ਪੰਜਾਬੀ 'ਚ ਸ਼ਬਦ ਲਿਖਤਾ, ਜੇਕਰ ਤੁਸੀਂ ਇੱਕ ਸ਼ਬਦ ਪੰਜਾਬੀ 'ਚ ਬੋਲਤਾ, ਉਹ ਤੁਹਾਡੀ ਕਾਪੀ ਦੇ ਉੱਤੇ ਅਧਿਆਪਕ ਲਿਖ ਕੇ ਭੇਜਦੇ ਕਿ ਕੱਲ ਨੂੰ 100 ਰੁਪਈਆ ਇਹਦੇ ਬੋਝੇ 'ਚ ਪਾ ਕੇ ਭੇਜਿਓ, ਇਹਨੂੰ ਜੁਰਮਾਨਾ। ਔਰ ਉਹਦੀ ਹੋਰ ਜਿਹੜਾ ਮਾੜਾ ਪੱਖ ਹੈ ਉਹ ਇਹ ਹੈ ਕਿ ਮਾਪੇ ਲਾਈਨਾਂ 'ਚ ਲੱਗ ਕੇ ਉਹਨਾਂ ਸਕੂਲਾਂ 'ਚ ਐਡਮਿਸ਼ਨ ਕਰਾਉਂਦੇ ਨੇ, ਦਾਖਲਾ ਕਰਾਉਂਦੇ ਨੇ ਵੀ ਸਾਡਾ ਬੱਚਾ ਇੱਥੇ ਹੀ ਪੜੂ, ਔਰ ਉਹਨਾਂ ਨੂੰ ਪਤਾ ਹੈ ਕਿ ਇੱਥੇ ਮਾਂ ਬੋਲੀ ਦੀ ਕੋਈ
ਕੋਈ ਇੱਜ਼ਤ ਨਹੀਂ ਕੀਤੀ ਜਾਂਦੀ, ਸਾਡੇ ਬੱਚੇ ਨੂੰ ਦੂਰ ਕੀਤਾ ਜਾਂਦਾ ਹੈ। ਉਹ ਵੀ ਘਰ 'ਚ ਫਿਰ ਹਿੰਦੀ ਦੇ ਵਿੱਚ ਜਾਂ ਜਿੰਨੀ ਟੁੱਟੀ ਫੁੱਟੀ ਅੰਗਰੇਜ਼ੀ ਆਉਂਦੀ ਆ ਉਹਦੇ ਵਿੱਚ ਬੱਚੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ। ਹਾਂ, ਪਰ ਮੈਂ ਟਾਣਾ ਸਾਹਿਬ ਬਾਕੀ ਤੁਸੀਂ ਬਹੁਤ ਸਮਝਦਾਰ ਹੋ, ਤੁਸੀਂ ਬੜੀ ਦੁਨੀਆ ਵੇਖੀ ਆ। ਇਹਦੇ ਜਦੋਂ ਹੱਲ ਲੱਭਣੇ ਹੋਣ ਨਾ, ਉਹਦੇ ਸਟਰੋਂਗ ਪੁਆਇੰਟ ਤੇ ਹੱਲ ਨਹੀਂ ਕਰ ਸਕਦੇ ਤੁਸੀਂ, ਕਿਸੇ ਚੀਜ਼ ਨੂੰ ਫੋਰਸਫੁਲੀ ਨਹੀਂ ਰੋਕ ਸਕਦੇ ਇੱਦਾਂ ਦੀਆਂ ਚੀਜ਼ਾਂ ਨੂੰ। ਮੈਂ ਪਹਿਲਾਂ ਵੀ ਸਾਡੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀਗਾ ਕਿ ਉਹਦੇ ਪੈਰਲਲ ਹੀ ਤੁਹਾਨੂੰ ਚੀਜ਼ਾਂ ਦੇਣੀਆਂ ਪੈਣੀਆਂ। ਜਦੋਂ ਤੁਸੀਂ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਜਾਂ ਜਿਹੜੇ ਉਹਦੇ ਓਨਰ ਨੇ ਉਹਨੂੰ ਤੁਸੀਂ ਇਹ ਸਮਝਾਓਗੇ ਕਿ ਇਹ ਜਿਹੜੀ ਜ਼ੁਬਾਨ ਨੂੰ ਤੁਸੀਂ ਬੋਲਣ ਤੋਂ ਉਹਨਾਂ ਨੂੰ ਮਨਾਹੀ ਦੇ ਰਹੇ ਹੋ, ਇਹ ਜ਼ੁਬਾਨ ਅਸਲ 'ਚ ਸਾਡੀ ਅਮੀਰੀ ਆ, ਇਹ ਸਾਡਾ ਗਹਿਣਾ ਹੈ, ਇਹਦੇ ਨਾਲ ਅਸੀਂ ਹੋਰ ਸੋਹਣੇ ਹੋ ਸਕਦੇ ਹਾਂ। ਵਾਕਈ ਜਦੋਂ ਤੁਸੀਂ ਬਾਹਰ ਕਿਤੇ ਜਾ ਕੇ ਜਾਓਗੇ, ਡੈਫੀਨੇਟਲੀ ਤੁਹਾਨੂੰ ਇੰਗਲਿਸ਼ ਆਉਣੀ ਹੀ ਚਾਹੀਦੀ ਹੈ ਜੇਕਰ ਤੁਸੀਂ ਆਪਣੀ ਕੌਮ ਦੀ ਨੁਮਾਇੰਦਗੀ ਕਰਨੀ ਆ। ਫਰਜ਼ ਕਰੋ ਮੈਂ ਇੱਕ ਐਗਜ਼ਾਮਪਲ ਦਿੰਦਾ, ਮੈਨੂੰ ਅਸੀਂ ਹੁਣ ਟੂਰ ਕਰਕੇ ਆਏ ਆਸਟ੍ਰੇਲੀਆ, ਨਿਊਜ਼ੀਲੈਂਡ, ਮੈਨੂੰ ਉਹਨਾਂ ਨੇ ਆਨਰ ਕੀਤਾ ਉਹਦੇ ਪਾਰਲੀਮੈਂਟ ਦੇ ਵਿੱਚ। ਅੱਛਾ ਜੀ। ਉੱਥੇ ਜਿਹੜੇ ਲੋਕ ਤੁਹਾਨੂੰ ਆਨਰ ਕਰ ਰਹੇ ਆ, ਜੇਕਰ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ, ਡੈਫੀਨੇਟਲੀ ਆ ਕਿ ਤੁਹਾਡੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਉਹਨਾਂ ਤੱਕ ਕਨਵੇ ਹੀ ਨਹੀਂ ਹੋਣਗੀਆਂ, ਜਿਹੜੀਆਂ ਜਾਣਗੀਆਂ ਨਹੀਂ। ਸੋ ਮੈਂ ਉੱਥੇ ਉਹਨਾਂ ਦੀ ਜ਼ੁਬਾਨ 'ਚ ਸਪੀਚ ਦਿੱਤੀ ਔਰ ਉਹਨਾਂ ਨੂੰ ਬਹੁਤ ਚੰਗਾ ਲੱਗਿਆ। ਮੈਂ ਉਹਨਾਂ ਨੂੰ ਆਪਣੀ ਤਹਿਜ਼ੀਬ ਲਿਆਕਤ ਦੀ ਗੱਲ ਦੱਸੀ, ਆਪਣੀ ਵਿਰਾਸਤ ਦੀ ਗੱਲ ਦੱਸੀ, ਆਪਣੀ ਮੌਸੀਕੀ ਦੀ ਗੱਲ ਦੱਸੀ, ਅਫਸਾਨਿਆਂ ਦੀ ਗੱਲ ਦੱਸੀ, ਸਾਰਾ। ਜਦੋਂ ਤੁਸੀਂ ਜਨਰਲ ਕਨਵਰਸੇਸ਼ਨ 'ਚ ਵੀ ਬੈਠਦੇ ਆ, ਪਰ ਜੇ ਮੈਂ ਇਹ ਕਹਾਂ ਕਿ ਯਾਰ ਮੈਨੂੰ ਇੰਗਲਿਸ਼ ਹੀ ਠੀਕ ਲੱਗਦੀ ਹੈ, ਕਿ ਆ ਤਾਂ ਇਹ ਨਹੀਂ ਠੀਕ, ਇਹਦੇ ਨਾਲ ਹੈ ਨਾ ਬੰਦਾ ਖਰਾਬ ਹੋ ਜਾਂਦਾ, ਇਹ ਸੋਚ ਬਣਨੀ ਜਿਹੜੀ ਹੈ ਇਹ ਅਨਫੋਰਚੂਨੇਟ ਹੈ। ਇੱਦਾਂ ਸੋਚ ਨਹੀਂ ਬਣਨੀ ਚਾਹੀਦੀ। ਜੇ ਸੋਚ ਬਣ ਗਈ ਫਿਰ ਤੁਸੀਂ ਇਹ ਤੋਂ ਪਰਹੇਜ਼ ਨਹੀਂ ਕਰ ਸਕਦੇ। ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਬੱਚਿਆਂ ਦੇ, ਜੇਕਰ ਤੁਸੀਂ ਉਹਨਾਂ ਦੇ ਮਾਈਂਡ 'ਚ ਇੱਕ ਵਾਰੀ ਇਹ ਗੱਲ ਪੈ ਗਈ ਕਿ ਇਹ ਇੱਕ ਹੀਣਤਾ ਦੀ ਗੱਲ ਹੈ ਤੇ ਇਹ ਇੱਕ ਪ੍ਰਾਈਮ ਗੱਲ ਆ, ਸੋ ਉਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਸਾਡੇ ਉਦਮ ਇਹ ਹੋਣੇ ਚਾਹੀਦੇ ਕਿ ਅਸੀਂ ਇਹਦੀ ਵਡਿਆਈ ਤੇ ਇਹਦੀਆਂ ਖੂਬੀਆਂ ਦਸੀਏ ਕਿ ਯਾਰ ਇਹ ਉਹੀ ਕਿਤਾਬ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਵਰਗੀ ਦੁਨੀਆ ਦੀ ਮੁਕੱਦਸ ਕਿਤਾਬ ਲਿਖੀ ਗਈ। ਇਹ ਉਹੀ ਮਤਲਬ ਕਿ ਭਾਸ਼ਾ ਤੇ ਜ਼ੁਬਾਨ ਤੇ ਲਿਪੀ ਹੈ ਜਿਹਦੇ ਵਿੱਚ ਬਾਬਾ ਵਾਰਿਸ ਸ਼ਾਹ ਦੀਆਂ ਕਿਤਾਬਾਂ ਦੇ ਤਰਜਮੇ ਹੋਏ ਨੇ। ਇਹ ਉਹੀ ਨੇ ਜਿਹਦੇ ਵਿੱਚ ਕਾਨ ਸਿੰਘ ਨਾਭਾ ਨੇ ਮੁਕੰਮਲ ਤਹਿਰੀਰ ਤਵਾਰੀਖ ਲਿਖ ਦਿੱਤੀ ਹੈ। ਜਦੋਂ ਇਹ ਦੱਸੋਗੇ ਫਿਰ ਉਹਨੂੰ ਲੱਗੂਗਾ ਕਿ ਨਹੀਂ ਯਾਰ ਸਾਨੂੰ ਇਹਨੂੰ ਛੱਡਣਾ ਨਹੀਂ ਚਾਹੀਦਾ, ਇਹਦੇ ਨਾਲ ਵੀ ਐਨਰਿਚਮੈਂਟ ਹੋਏਗੀ। ਆਈ ਥਿੰਕ ਇਹੀ ਇਹਦਾ ਹੱਲ ਹੈ। ਤੇ ਜਿਹੜਾ ਤੁਸੀਂ ਗੁਰਮੁਖੀ ਦਾ ਬੇਟਾ ਗੀਤ ਲਿਖਿਆ, ਇਹ ਜੋ ਹਾਲਾਤ ਨੂੰ ਵੇਖ ਕੇ, ਹਾਲਾਤ ਨੂੰ ਭਾਂਪ ਕੇ ਵੀ ਸਾਡੀ ਬੋਲੀ ਹੈ ਜਿਹੜੀ ਜਾਂ ਲਿਪੀ ਹੈ ਜਿਹੜੀ ਉਹਨੂੰ ਖਤਰਾ ਪੈਦਾ ਹੋ ਰਿਹਾ ਤਾਂ ਸੀ, ਜਾਂ ਸੁਤੇ ਸਿੱਧ ਵਲਵਲੇ ਉੱਠੇ ਆ? ਨਹੀਂ, ਇਦਾਂ ਨਹੀਂ ਹੁੰਦਾ ਕਿ ਤੁਸੀਂ ਸੋਚ ਕੇ ਫਿਰ ਬੈਠਦੇ ਅੱਛਾ ਮੈਂ ਗੁਰਮੁਖੀ ਤੇ ਗਾਣਾ ਲਿਖਾਂ। ਇਦਾਂ ਲਿਖ ਸਕਦੇ ਹੋ, ਜ਼ਾਹਿਰ ਜੀ ਗੱਲ ਹੈ। ਜੇ ਤੁਸੀਂ ਹੁਣ ਵੀ ਮੈਨੂੰ ਕੋਈ ਕਹੋਗੇ ਟੌਪਿਕ, ਮੈਨੂੰ ਬਿਠਾਓਗੇ, ਮੈਂ ਕਿਹਾ ਅੱਛਾ ਮੈਂ ਜੋੜ ਦੂੰਗਾ ਕਰਕੇ, ਕਿਉਂਕਿ ਤੁਹਾਨੂੰ ਬਹਿਰਬੰਦੀ ਆਉਂਦੀ ਆ, ਕਾਫੀਆ ਰਦੀਫ ਆਉਂਦਾ, ਸਾਰਾ ਕੁਝ ਸਿਨਫ ਪਤਾ ਹੈ, ਜਾਂ ਜੋ ਵੀ ਸਿੰਬਲਿਜ਼ਮ ਹੁੰਦਾ, ਜੋ ਵੀ ਮੈਟਾਫਰ, ਜੋ ਵੀ ਤੁਸੀਂ ਪੋਇਟਰੀ ਦਾ ਜੋ ਵੀ ਗ੍ਰਾਮਰ ਹੈਗੀ ਹੈ, ਜੇ ਤੁਹਾਨੂੰ ਆਉਂਦੀ ਹੈ ਤੁਸੀਂ ਜੋੜ ਹੀ ਲੈਣਾ। ਪਰ ਜਿਹੜਾ ਤੁਹਾਨੂੰ ਲੱਗਿਆ ਕਿ ਯਾਰ ਮੇਰੇ ਤੇ ਜ਼ਹਿਨ ਤੇ ਦਿਲ ਤੇ ਅਸਰ ਹੋਇਆ, ਬਾਰ-ਬਾਰ ਗਾਣਾ ਸੁਣਨ ਨੂੰ ਜੀ ਕਰਦਾ, ਮੈਨੂੰ ਕਿਤੇ ਹੋਰ ਲੈ ਕੇ ਜਾ ਰਿਹਾ, ਜਿਹੜਾ ਉਹ ਅਸਰ ਹੈ ਉਹ ਬੜਾ ਇਲਾਹੀ ਹੈ, ਉਹ ਬਣਾਵਟ 'ਚ ਨਹੀਂ ਆਉਂਦਾ। ਇਸ ਕਰਕੇ ਜਿਹੜੀ ਮੈਂ ਬੈਠ ਕੇ ਕਦੀ ਨਹੀਂ ਇੱਦਾਂ ਸੋਚਦਾ ਕਿ ਇਸ ਟੌਪਿਕ 'ਤੇ ਗਾਣਾ ਲਿਖਣਾ। ਉਹ ਜਿਹੜਾ ਮੈਂ ਵਰਡ ਵਰਤਦਾ ਉਹਨੂੰ, ਉਹਦੇ ਲਈ ਆਮਦ ਇੱਕ ਬਹੁਤ ਖੂਬਸੂਰਤ ਸ਼ਾਇਰੀ ਦੀ ਦੁਨੀਆ ਦਾ ਇੱਕ ਲਫ਼ਜ਼ ਹੈ ਕਿ ਅੱਛਾ ਜੀ ਇੱਕ ਆਮਦ का शेर आया है, आप गौर फरमाएं। ਮੈਂ ਉਰਦੂ ਸ਼ਾਇਰਾਂ ਤੋਂ ਇਹ ਗੱਲ ਸੁਣੀ ਹੈ। ਆਮਦ ਨੂੰ ਤੁਸੀਂ ਡਿਸਕ੍ਰਾਈਬ ਕਰਨਾ ਹੋਵੇ, ਜਿਵੇਂ ਸਾਡੀ ਇੱਕ ਟੈਡ ਟਾਕ ਸੀਗੀ, ਉਹਦੇ 'ਚ ਉਹਦੇ ਲਈ ਕੋਈ ਇੰਗਲਿਸ਼ ਟਰਾਂਸਲੇਸ਼ਨ ਨਹੀਂ ਲੱਭਦੀ, ਉਹਦਾ ਇੱਕ ਤਰਜਮਾ ਨਹੀਂ ਲੱਭਦਾ। ਇੱਕ ਛੋਟਾ ਜਿਹਾ ਵਰਡ ਹੈ ਸਬਲਾਈਮ ਸਟੇਟ ਤੁਹਾਡੀ ਮਾਈਂਡ ਦੀ, ਕਿ ਜਦੋਂ ਤੁਸੀਂ ਐਕਸਟੇਸੀ 'ਚ ਹੁੰਦੇ ਆ, ਤੁਹਾਡੀ ਕਿਤੇ ਨਾ ਕਿਤੇ ਹੋਰ ਬੈਠੇ ਬੈਠੇ ਚਲੇ ਜਾਂਦੇ ਆ। ਫਰਜ਼ ਕਰੋ ਜੇ ਮੈਂ ਨਿੱਕੀ ਜਿਹੀ ਕੁੜੀ ਲਿਖ ਰਿਹਾ ਤੇ ਮੈਨੂੰ ਨਿੱਕੀ ਜਿਹੀ ਕੁੜੀ ਦਿਖ ਰਹੀ ਆ, ਮੈਂ ਉਹਦਾ ਅਫਸਾਨਾ ਲਿਖ ਰਿਹਾ। ਫਰਜ਼ ਕਰੋ ਜੇ ਮੈਂ ਪਾਣੀ ਪੰਜਾਂ ਦਰਿਆਵਾਂ ਲਿਖ ਰਿਹਾ ਤੇ ਮੈਨੂੰ ਦਰਿਆ ਦਿਖ ਰਿਹਾ। ਸੋ ਗੁਰਮੁਖੀ ਦਾ ਬੇਟਾ ਇੱਕ ਦਹਾਕੇ ਤੋਂ ਮੇਰੇ ਵਿੱਚ ਪਨਪਦਾ ਹੋਏਗਾ ਛੋਟਾ ਛੋਟਾ। ਕਿੰਨੇ ਸਵਾਲ ਉੱਠੇ ਹੋਣਗੇ, ਮੈਨੂੰ ਲੱਗਿਆ ਹੋਣਗਾ ਯਾਰ ਕਈ ਵਾਰੀ ਮੈਂ ਜਦੋਂ ਅਸੀਂ ਕਿਸੇ 에ਅਰਪੋਰਟ ਉਤਰੇ ਉੱਥੇ ਪੰਜਾਬੀ 'ਚ ਲਿਖਿਆ ਜੀ ਆਇਆਂ ਨੂੰ, ਤੁਹਾਨੂੰ ਲੱਗਿਆ ਮਾਈ ਗੁੱਡਨੈਸ, ਅੱਛਾ ਇਹ ਮਤਲਬ ਸਾਡੀ ਇਹ ਜ਼ੁਬਾਨ ਇੱਥੇ ਪਹੁੰਚ ਗਈ ਹੈ ਨਾ। ਸੋ ਉਹ ਪਰ ਜਦੋਂ ਤੁਸੀਂ ਦਿੱਲੀ ਜਾਂਦੇ ਆ ਢਾਬਿਆਂ 'ਤੇ, ਕਈ ਵਾਰੀ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਟੈਲੀਵਿਜ਼ਨ ਦਾ ਮਤਲਬ ਪੰਜਾਬੀ ਚੈਨਲ ਸੀ ਉਹ, ਔਰ ਉਹਦੇ ਜਿਹੜਾ ਮਾਈਕ ਹੁੰਦਾ ਉਹਦੇ ਉੱਤੇ ਛਪਿਆ ਹੁੰਦਾ ਨਾ, ਉਹਦੇ ਉੱਤੇ ਸਪੈਲਿੰਗ ਗਲਤ ਸੀਗੇ, ਹੈ ਨਾ। ਇਹ ਤੁਸੀਂ ਕੈਨ ਯੂ ਇਮੇਜਿਨ। ਤੇ ਫਿਰ ਉਹ ਮੈਨੂੰ ਲੱਗਦਾ ਕਿ ਯਾਰ ਹੋ ਸਕਦਾ ਇਹਨਾਂ ਦੀ ਗਲਤੀ ਨਾ ਹੋਵੇ, ਇਹਨਾਂ ਨੂੰ ਪਤਾ ਹੀ ਨਾ ਹੋਵੇ, ਪਰ ਜੇ ਅਸੀਂ ਸਾਨੂੰ ਪਤਾ ਹੈ ਪਰਮਾਤਮਾ ਦੀ ਕਿਰਪਾ ਨਾਲ, ਜੇ ਦੱਸ ਸਕਦੇ ਕਿਉਂ ਨਾ ਦੱਸੀਏ। ਤੁਸੀਂ ਚੰਡੀਗੜ੍ਹ ਰਹਿੰਦੇ ਆ, ਉੱਥੇ ਵੀ ਕਈ ਵਾਰੀ ਪੰਜਾਬੀ 'ਚ ਬੋਰਡ ਲਾਉਂਦੇ ਆ, ਇਸੇ ਕਰਕੇ ਲਾਉਂਦੇ ਵੀ ਯਾਰ ਲੋਕ ਪੰਜਾਬੀ 'ਚ ਪੜ੍ਹ ਲੈਣ, ਪਰ ਜੇ ਉਹਦੇ ਵਿੱਚ ਸਪੈਲਿੰਗ ਮਿਸਟੇਕ ਹੈ ਤੇ ਉਹ ਸਾਡੇ ਵਰਗੇ। ਬਿਲਕੁਲ ਸਹੀ ਗੱਲ ਹੈ। ਵਿਆਕਰਨਕ ਸ਼ੁੱਧਤਾ ਦੀ ਗੱਲ ਕੀਤੀ ਇਹਨਾਂ ਨੇ। ਇੱਕ ਪਿੱਛੇ ਜੇ ਬਾਈ ਜੀ ਕਿਸੇ ਕਲਾਕਾਰ ਦੀ ਕੈਸਟ ਆਈ ਜੀ, ਉਹਦੇ ਕੰਧਾਂ ਦੇ ਉੱਤੇ ਪੋਸਟਰ ਲੱਗੇ ਜੀ, ਉਹ ਸੀ ਸੁਰਮਾ ਭਾਬੀ ਦਾ। ਉਹ ਕਿਤੇ ਔਂਕੜ ਦੀ ਥਾਂ ਦਲੈਂਕੜ ਪਾਤਾ ਤੇ ਉਹ ਬਣ ਗਿਆ ਸੂਰਮਾ ਭਾਬੀ ਦਾ। ਦੇਖੋ ਵੀ ਨਿੱਕੀ ਜਿਹੀ ਗੱਲ ਦੇ ਨਾਲ ਉਹਦਾ ਕਿਵੇਂ ਸਤਿਆਨਾਸ਼ ਮਾਰਤਾ। ਮਤਲਬ ਇਹ ਆ ਕਿ ਸਾਡੀ ਜਿਹੜੀ ਜ਼ੁਬਾਨ ਆ ਉਹ ਬੜੀ ਅਮੀਰ ਹੈ ਤੇ ਸਾਨੂੰ ਵਿਆਕਰਨਕ ਸ਼ੁੱਧਤਾ ਦਾ ਖਿਆਲ ਰੱਖਣਾ ਚਾਹੀਦਾ। ਬਾਈ ਜੀ ਇਸ ਗੀਤ ਦੀਆਂ ਕੁਝ ਸਤਰਾਂ ਹੋ ਜਾਣ। ਬਿਲਕੁਲ
ਮੈਂ ਗੁਰਮੁਖੀ ਦਾ ਬੇਟਾ ਜੀ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ਕੋਇਲਾਂ ਨੂੰ ਮਿਲ ਗਈ ਏ ਸਭਨਾਂ ਦੀ ਸਹਿਮਤੀ ਪਰ ਕੋਇਲਾਂ ਨੂੰ ਮਿਲ ਗਈ ਏ ਸਭਨਾਂ ਦੀ ਸਹਿਮਤੀ ਪਰ ਆ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ। ਇੱਕ ਇਹਦਾ ਸ਼ੇਰ ਹੈ ਜਿਹੜਾ ਵੀਡੀਓ 'ਚ ਨਹੀਂ ਹੈਗਾ, ਫੁੱਲ ਆਡੀਓ 'ਚ ਹੈ। ਕਿਤੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ ਕਿਤੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ ਤੇ ਜਿਸ ਨਾਲ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ। ਵਾਹ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ। ਕੀ ਬਾਤ ਬਾਈ ਜੀ। ਬਸ ਨਾ ਇਹ ਐਂ ਲੱਗਦਾ ਵੀ ਜਿਹੜੇ ਗੀਤ ਆ ਨਾ ਉਹ ਇਹੋ ਜਿਹੇ ਹੋਣੇ ਚਾਹੀਦੇ ਆ ਵੀ ਭਾਵੇਂ ਸਵੇਰ ਦੇ ਵੇਲੇ ਉੱਠ ਕੇ ਗੁਰਦੁਆਰੇ ਚ ਲਾ ਲਓ, ਭਾਵੇਂ ਮੰਦਿਰ ਚ ਲਾ ਲਓ, ਭਾਵੇਂ ਮਸਜਿਦ ਚ ਲਾ ਲਓ। ਇਹ ਜ਼ਰੂਰੀ ਨਹੀਂ ਕਿ ਸਿਰਫ ਵਿਆਹਾਂ ਤੇ ਲੱਗਣੇ ਆ, ਸਿਰਫ ਡੀਜੇ ਤੇ ਲੱਗਣੇ ਆ। ਬਾਈ ਜੀ ਇਸੇ ਗੀਤ ਦੇ ਵਿੱਚ ਕੁਝ ਸਤਰਾਂ ਹੈਗੀਆਂ ਮੁੰਜਰਾਂ ਵਾਲੀਆਂ। ਉਹ ਅੱਛਾ, ਉਹ ਵੀ ਮੈਂ ਚਾਹੁੰਦਾ ਵੀ ਜਿਹੜੀਆਂ ਤੁਸੀਂ ਨਹੀਂ ਸਾਂਝੀਆਂ ਕਰ ਸਕੇ ਤੇ ਮੈਂ ਚਾਹੁੰਦਾ ਵੀ ਉਹ ਵੀ ਤੁਹਾਡੇ ਅੰਦਰੋਂ ਨਿਕਲਣ। ਥੈਂਕ ਯੂ। ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਬਿਹਾਈਂਡ ਦਾ ਸੀਨ ਜਦੋਂ ਬੈਠੇ ਹੁੰਦੇ ਉਦੋਂ ਗੱਲਬਾਤ ਹੁੰਦੀ ਹੈ। ਇਹਨਾਂ ਸਭ ਨੇ ਉਹ ਸ਼ੇਰ ਸੁਣੇ ਆ। ਅਨਫੋਰਚੂਨੇਟਲੀ ਉਹ ਦੋ ਸ਼ੇਰ ਪੰਜਾਬੀ ਕਿਰਸਾਨੀ ਦੇ ਨਜ਼ਦੀਕ ਸੀਗੇ, ਪਰ ਕਿਉਂਕਿ ਅੱਜ ਕੱਲ੍ਹ ਗੀਤ ਦਾ ਦਾਇਰਾ ਛੋਟਾ ਹੋ ਗਿਆ, ਉਹਦੀ ਟਾਈਮ ਪੀਰੀਅਡ ਛੋਟਾ ਹੋ ਗਿਆ, ਇਸ ਕਰਕੇ ਉਹ ਮਿਊਜ਼ਿਕ ਡਾਇਰੈਕਟਰ ਵੀ ਜਾਂ ਸਾਰੇ ਕਹਿੰਦੇ ਆ ਕਿ ਯਾਰ ਲਿਮਟਿਡ ਗਾਣੇ ਸ਼ੇਅਰ ਕਰ ਦਿਓ, ਬਾਕੀ ਤੁਸੀਂ ਸਟੇਜ ਤੇ ਗਾ ਲਿਓ। ਇਹ ਉਹ ਸ਼ੇਰ ਹੈ ਜਿਹੜੇ ਰਿਕਾਰਡ ਨਹੀਂ ਹੋਏ। ਹਾਂ ਪਹਿਲਾਂ ਤਾਂ ਚਾਹ ਦਾ ਬੂਟਾ ਮੁੰਜਰ ਤੇ ਲੈ ਕੇ ਆਉਂਦੇ, ਪਹਿਲਾਂ ਤਾਂ ਚਾਹ ਦਾ ਬੂਟਾ ਮੁੰਜਰ ਤੇ ਲੈ ਕੇ ਆਉਂਦੇ, ਫਿਰ ਜਜ਼ਬਿਆਂ ਦੀ ਛੱਲੀ ਖੁਦ ਭੋਰਦੇ ਨੇ ਅੱਖਰ ਮੈਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ। ਮੁੰਜਰ ਸਾਡੇ ਦੁਆਬੇ ਦਾ ਲਫ਼ਜ਼ ਹੈ, ਛੱਲੀਆਂ ਇੱਥੇ ਹੁੰਦੀਆਂ ਕਿਉਂਕਿ ਮੈਂ ਖੇਤੀ ਹੱਥੀਬਾੜੀ ਕੀਤੀ। ਇਹ ਸਾਰੀਆਂ ਤਸ਼ਬੀਹਾਂ ਮੇਰੇ ਜ਼ਹਿਨ 'ਚ ਵਸੀਆਂ ਹੋਈਆਂ। ਅਗਲਾ ਸ਼ੇਰ ਵੀ ਮੇਰੇ ਜ਼ਹਿਨ 'ਚ ਵਸਿਆ ਚ ਕਰਕੇ ਨਿਕਲਿਆ। ਬੋਲੀ ਦੇ ਖੇਤ ਮੇਰੇ ਖਿਆਲਾਂ ਦਾ ਹਲ ਵੀ ਚੰਡਿਆ, ਬੋਲੀ ਦੇ ਖੇਤ ਮੇਰੇ ਖਿਆਲਾਂ ਦਾ ਹਲ ਵੀ ਚੰਡਿਆ, ਅਤੇ ਜਿਸ ਚੋਂ ਬੀਜ ਕਿਰਦੇ ਉਸ ਪੋਰ ਦੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ। ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ। ਕੀ ਬਾਤ ਹੈ, ਕੀ ਬਾਤ। ਕਿੰਨਾ ਪਿਆਰ ਹੈ ਨਾ, ਕਿੰਨਾ ਇਸ਼ਕ ਹੈ ਇਸ ਗੀਤ ਦੇ ਵਿੱਚ ਆਪਣੀ ਬੋਲੀ ਦੇ ਲਈ ਕਿ ਜਦੋਂ ਮੈਂ ਪਹਿਲੀ ਵਾਰ ਸੁਣਿਆ ਸੀ ਤੇ ਮੈਨੂੰ ਹੋਰ ਗੂੜਾ ਪਿਆਰ ਹੋ ਗਿਆ ਸੀ ਆਪਣੀ ਭਾਸ਼ਾ ਨਾਲ। ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਵੀ ਕੀਤੀ ਸੀ ਹੈ ਨਾ, ਔਰ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਇਸ ਗੀਤ ਨੂੰ ਮੈਂ ਆਪਣੇ ਪਿਤਾ ਜੀ ਦੇ ਨਾਲ ਬੈਠ ਕੇ ਸੁਣਿਆ, ਔਰ ਮੈਨੂੰ ਇਸ ਚੀਜ਼ ਦਾ ਬੜਾ ਮਾਣ ਹੋਇਆ ਵੀ ਅੱਜ ਵੀ ਇਹੋ ਜਿਹੇ ਗਾਣੇ ਆਉਂਦੇ ਨੇ ਜਿਹਨੂੰ ਤੁਸੀਂ ਆਪਣੇ ਪਿਓ ਦੇ ਨਾਲ ਬੈਠ ਕੇ ਇੱਕ ਧੀ ਸੁਣ ਸਕਦੀ ਹੈ ਨਾ। ਸੋ ਇਹਦੇ ਲਈ ਸ਼ੁਰੂਆਤ 'ਚ ਤਾਂ ਹੀ ਮੈਂ ਤੁਹਾਨੂੰ ਸਲਾਮ ਕੀਤੀ ਸੀ ਕਿ ਇਹ ਤੁਸੀਂ ਇੱਕ ਜੋ ਇੰਨਾ ਕਹਿ ਲਓ ਵੀ ਭਾਰ ਜਿਹੜਾ ਆਪਣੇ ਮੋਢਿਆਂ ਦੇ ਉੱਪਰ ਚੁੱਕਿਆ ਹੋਇਆ ਹੈ, ਆਪਣੀ ਕਹਿ ਲਓ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ, ਇਹ ਵਾਕਈ ਕਾਬਿਲੇ ਤਾਰੀਫ ਹੈ। ਬਾਈ ਜੀ ਗੱਲ ਇਹ ਨਾ ਵੀ ਅਸੀਂ ਪਿਛਲੇ ਦਿਨੀ ਤੁਹਾਡੇ ਇਸ ਗੀਤ ਦਾ ਜ਼ਿਕਰ ਕੀਤਾ, ਅਸੀਂ ਘੱਟੋ ਘੱਟ ਇਸ ਗੀਤ ਦੇ ਉੱਤੇ ਤੇ ਤੁਹਾਡੇ ਉੱਤੇ 10 ਮਿੰਟ ਲਾਏ ਤੇ ਉਦੋਂ ਵੀ ਮੈਂ ਇਹਨਾਂ ਨੇ ਇਹ ਗੱਲ ਕਹੀ, ਇਹ ਕਹਿੰਦੇ ਜੀ ਜਿਹੜਾ ਨਾ ਦੇਖੋ ਮੈਂ ਆਪਣੇ ਪਿਤਾ ਜੀ ਦੇ ਨਾਲ ਬੈਠ ਕੇ ਗਾਣਾ ਸੁਣਿਆ। ਮੈਂ ਕਿਹਾ ਜੀ ਅੱਜ ਕੱਲ੍ਹ ਦੇ ਬਹੁ ਗਿਣਤੀ ਗੀਤ ਤਾਂ ਇਹ ਆ ਵੀ ਪਿਤਾ ਜੀ ਉਡੀਕਦਾ ਰਹਿੰਦਾ ਵੀ ਮੇਰੀ ਧੀ ਮਾੜਾ ਜਿਹਾ ਪਰੇ ਜਾਵੇ ਤੇ ਮੈਂ ਸੁਣ ਲਾਂ, ਤੇ ਜਿਹੜੀ ਧੀ ਜਾਂ ਪੁੱਤ ਆ ਉਹ ਸੋਚਦੇ ਰਹਿੰਦੇ ਵੀ ਬਾਪੂ ਮਾੜਾ ਜਿਹਾ ਨਿਕਲੇ ਤਾਂ ਮੈਂ ਇਹ ਗਾਣਾ ਸੁਣ ਲਾਂ। ਪਰ ਇਹ ਜਿਹੜਾ ਸਾਂਝੇ ਪਰਿਵਾਰ ਦਾ ਗੀਤ ਆ ਨਾ, ਇਹ ਘੱਟ ਪੈਦਾ ਹੋ ਰਿਹਾ। ਬਾਈ ਜੀ ਤੁਸੀਂ ਇਹ ਉਦਮ ਕੀਤਾ,
ਤੁਹਾਨੂੰ ਸੱਚੀ ਮੁੱਚੀ ਸਲਾਮ ਬਾਈ ਜੀ। ਮੈਂ ਪਹਿਲਾਂ ਮਾਫ ਕਰਨਾ, ਮੈਂ ਤੁਹਾਨੂੰ ਟੋਕ ਦਿੱਤਾ, ਪਰ ਮੈਂ ਸੱਚੀ ਇਹ ਕਦੋਂ ਦਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਸੀ। ਮੈਂ ਬਾਰ-ਬਾਰ ਇਹ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਇਹ ਜਿਹੜਾ ਨਾਂ ਗੁਰਮੁਖੀ ਦਾ ਬੇਟਾ, ਇਹ ਨਾਂ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ? ਇਹ ਨਾਂ ਰੱਖਣ ਦੇ ਪਿੱਛੇ ਕੀ? ਜਦੋਂ ਅੱਜ ਦੇ ਸਮੇਂ ਦੇ ਵਿੱਚ ਬਾਈ ਜੀ ਗਾਣਾ ਭਾਵੇਂ ਪੰਜਾਬੀ ਚ ਹੋਵੇ ਪਰ ਕੈਸਟ ਦਾ ਫਿਲਮ ਦਾ ਨਾਂ ਅੰਗਰੇਜ਼ੀ ਚ ਰੱਖਣ ਦਾ ਰਿਵਾਜ ਹੈ। ਜੀ ਜੀ ਉਹ ਹੈਪਨਿੰਗ ਫਲਾਨੀ ਟਿੰਗ ਫਲਾਨਾ ਟਿੰਗ ਐਦਾਂ, ਜਾਂ ਉਸ ਵੇਲੇ ਬਿਲਕੁਲ ਸ਼ੁੱਧਤਾ। ਨਹੀਂ, ਇਹ ਗਾਣਾ ਸ਼ੁਰੂ ਹੀ ਇੱਥੋਂ ਹੋਇਆ ਸੀਗਾ। ਜਦੋਂ ਮਤਲਬ ਇਹ ਗਾਣਾ ਲਿਖਣਾ, ਜਿੱਦਾਂ ਮੈਂ ਕਿਹਾ ਕਿ ਆਇਆ ਆਮਦ ਦੇ ਤੌਰ ਤੇ ਉਹ ਲਾਈਨ ਇਸ ਤਰ੍ਹਾਂ ਆਈ ਸੀ ਕਿ ਜਦੋਂ ਇਹ ਗਾਣਾ ਪਹਿਲਾਂ ਆਇਆ ਤੇ ਇਹਦੀ ਤਰਜ਼ ਨਹੀਂ ਸੀ ਬਣੀ ਹੋਈ। ਇਹ ਮਤਲਬ ਵਾਹਿਦ ਉਹਨਾਂ ਗਾਣਿਆਂ 'ਚ ਹੋਏਗਾ ਜਿਹੜੇ ਤਰਜ਼ ਤੋਂ ਬਿਨਾਂ ਆਏ ਸੀ। ਤੇ ਜਦੋਂ ਮੈਂ ਆ ਕੇ ਆਪਣੇ ਘਰ ਤੋਂ ਆਫਿਸ ਜਾ ਰਿਹਾ ਸੀ ਚੰਡੀਗੜ੍ਹ, ਤੇ ਮੈਂ ਆ ਕੇ ਦੋਸਤਾਂ ਨੂੰ ਸੁਣਾਇਆ ਤੇ ਉਹਨਾਂ ਨੂੰ ਸਿਰਫ ਇਸ ਤਰ੍ਹਾਂ ਸੁਣਾਇਆ ਜਿੱਦਾਂ ਮੁਸ਼ਾਇਰੇ 'ਚ ਕੋਈ ਸ਼ਾਇਰ ਨਹੀਂ ਸੁਣਾਉਂਦਾ ਕਿ ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ, ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ 'ਚ ਮਿਲੇ ਨੇ, ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥੋਰ ਦੇ ਨੇ ਅੱਖਰ। ਵਾਹ। ਕੋਇਲਾ ਨੂੰ ਮਿਲ ਗਈ ਏ ਸਭਨਾ ਦੀ ਸਹਿਮਤੀ, ਪਰ ਜਿਹੜਾ ਰੋਂਦਿਆ ਵੀ ਨੱਚੇ ਉਸ ਮੋਰ ਦੇ ਨੇ ਅੱਖਰ, ਚੰਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ, ਜਿਹਦੇ ਸਦਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ। ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ, ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ। ਤੇ ਮੈਨੂੰ ਲੱਗਿਆ ਕਿ ਚਲੋ ਇਹ ਮੁਸ਼ਾਇਰੇ ਦੀ ਸ਼ਾਇਰੀ ਆ, ਕਦੀ ਕੋਈ ਲੋਕ ਬੈਠੇ ਹੋਣਗੇ ਸੁਣਾ ਦਾਂਗੇ। ਤੇ ਮੈਨੂੰ ਕਿਉਂਕਿ ਇਹਦੀ ਜਿਹੜੀ ਬਹਿਰ ਦੀ ਸਿਨਫ ਆ ਉਹ ਇਸ ਤਰ੍ਹਾਂ ਦੀ ਆ ਜਿਹੜੀ ਮੈਨੂੰ ਲੱਗਦਾ ਸੀ ਕਿ ਉਹਦੀ ਤਰਜ਼ ਜਾਂ ਉਹਨੂੰ ਮੌਸੀਕੀ 'ਚ ਜਾਂ ਮਿਊਜ਼ਿਕ ਦੇ ਵਿੱਚ ਨਾ ਬੰਨਿਆ ਨਹੀਂ ਜਾ ਸਕਦਾ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ, ਜਿਵੇਂ ਇਹ ਖੁੱਲੀ ਕਵਿਤਾ ਤਾਂ ਨਹੀਂ ਹੈਗੀ ਪਰ ਇਹਦੀ ਬਹਿਰ ਇਸ ਤਰ੍ਹਾਂ ਦੀ ਸੀ। ਪਰ ਮੈਂ ਖੁਦ ਹੀ ਜ਼ਿਆਦਾਤਰ ਮੈਂ ਇਕੱਲਾ ਹੀ ਹੁੰਦਾ ਤੇ ਮੈਂ ਡਰਾਈਵ ਕਰਦੇ ਕਰਦੇ ਤੇ ਇਹਦੀ ਤਰਜ਼ ਫਿਰ ਆਪਣੇ ਆਪ ਬਣੀ ਗਈ। ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ। ਏਡੀ ਨੈਚੁਰਲ, ਏਡੀ ਆਮ ਆਵਾਮ ਦੀ ਨਜ਼ਦੀਕ ਦੀ ਤਰਜ਼ ਹੋਣਾ ਕਿਸੇ ਚੀਜ਼ ਨੂੰ, ਇਹ ਹੁੰਦਾ ਜਿਵੇਂ ਵਿਆਹ ਨਹੀਂ ਹੋ ਜਾਂਦਾ ਕਿਸੇ ਦਾ, ਜਦੋਂ ਸੋਹਣੀ ਸ਼ਾਇਰੀ ਨੂੰ ਸੋਹਣੀ ਤਰਜ਼ ਮਿਲ ਜਾਂਦੀ ਹੈ ਤੇ ਐਂ ਲੱਗਦਾ ਕਿ ਅੱਛਾ ਹੁਣ ਸੰਪੂਰਨ ਹੋਇਆ। ਜਿੰਨੀ ਖੂਬਸੂਰਤ ਤੇ ਅਹਿਮੀਅਤ ਰੱਖਣ ਵਾਲੀ ਚੀਜ਼ ਸ਼ਾਇਰੀ ਆ, ਤਰਜ਼ ਵੀ ਓਨੀ ਹੀ ਅਹਿਮ ਤੇ ਖਾਸ ਹੋਣੀ ਚਾਹੀਦੀ ਆ। ਤਾਂ ਹੀ ਜੇਕਰ ਹੁਣ ਤੁਸੀਂ ਅੱਜ ਗੁਣਗੁਣਾ ਰਹੇ ਹੋ ਸਕਦਾ ਤੁਸੀਂ ਡਾਕਟਰੇਟ ਜਾਂ ਐਮਫਿਲ ਜਾਂ PhD ਜਾਂ MA ਮਿਊਜ਼ਿਕ ਨਾ ਕੀਤੀ ਹੋਵੇ, ਪਰ ਇਹ ਤਰਜ਼ ਤੁਸੀਂ ਨਾਲ ਗੁਣਗੁਣਾ ਰਹੇ ਆ, ਤੁਸੀਂ ਵੀ ਗਾ ਰਹੇ ਆ। ਇਹਦਾ ਮਤਲਬ ਕਿ ਇਹ ਅਰਥਲੀ ਚੀਜ਼ ਹੈ, ਇਹ ਧਰਤੀ ਚੋਂ ਨਿਕਲੀ ਹੋਈ ਚੀਜ਼ ਹੈ ਜਿਹੜੀ ਸਾਰਿਆਂ ਨੂੰ ਆਸਾਨ ਤੇ ਆਪਣੀ ਲੱਗਦੀ ਹੈ। ਇਸ ਤਰ੍ਹਾਂ ਦੀ ਚੀਜ਼ ਹੋਣਾ ਇੱਕ ਬੜੀ ਕਰਾਮਾਤੀ ਤੇ ਬੜੀ ਵਡਭਾਗੀ ਚੀਜ਼ ਹੁੰਦੀ ਹੈ ਮੇਰੇ ਖਿਆਲ। ਸੋ ਇਸ ਕਰਕੇ ਗੁਰਮੁਖੀ ਦੇ ਬੇਟੇ ਤੋਂ ਸ਼ੁਰੂ ਹੋਈ ਸੀ, ਸੋ ਇਹਦਾ ਟਾਈਟਲ ਵੀ ਬਾਈ ਜੀ ਤੁਸੀਂ ਇਹ 7 ਦਰਿਆਵਾਂ ਨੂੰ ਸਮਰਪਿਤ ਕੈਸਟ ਕੀਤੀ ਹੈ, ਐਲਬਮ ਕੀਤੀ ਹੈ ਜੀ। ਇਹ ਪਹਿਲੇ ਦਰਿਆ ਦੀ ਗੱਲ ਸੀ, ਸਤਲੁਜ ਦੀ। ਹਾਂਜੀ। ਇਸ ਤੋਂ ਪਿਛਲੀ ਜਿਹੜੀ ਤੁਹਾਡੀ ਕੈਸਟ ਆਈ ਸੀ ਉਹ ਸੀ 7 ਮੌਸਮਾਂ ਨੂੰ। ਹਾਂਜੀ ਹਾਂਜੀ। ਠੀਕ ਹੈ, ਇਹ ਕੀ ਜਿਹੜਾ ਸਬੱਬ ਕਿਵੇਂ ਬਣਦਾ ਇਹ ਆ ਮੌਸਮਾਂ ਨੂੰ, ਆਪਾਂ ਦਰਿਆਵਾਂ ਨੂੰ, ਆ ਫਲਾਣੀ ਚੀਜ਼ ਨੂੰ ਸਮਰਪਿਤ ਕਰ ਦੇਣੀ? ਕੀ ਦੇਖੋ, ਜਿਹੜੀਆਂ ਚੀਜ਼ਾਂ ਸਦੀਵੀ ਨੇ ਔਰ ਫਿਰ ਵੀ ਅਸੀਂ ਵਿਸਾਰ ਰਹੇ ਹਾਂ, ਮੈਨੂੰ ਲੱਗਦਾ ਕਿ ਇਹ ਜੇ ਪਿਛਲੀ ਸੀਜ਼ਨ ਆਫ ਸਰਤਾਜ ਜਾਂ ਮੁਹੱਬਤ ਦੇ ਮੌਸਮ ਐਲਬਮ ਦੇ ਵੈਸੇ ਵੀ 7 ਗਾਣੇ ਆ ਜਾਂਦੇ ਕਿਸੇ ਵੀ ਤਰੀਕੇ, ਉਹੀ ਗਾਣੇ ਸੀਗੇ। ਤੇਰੇ ਵਾਸਤੇ ਵੀ ਸੱਜਣਾ ਪੀੜਾਂ ਸੀ ਢਾਈਆਂ, ਮੈਂ ਤੇ ਮੇਰੀ ਜਾਨ ਸਦਾਈ ਇੱਕੋ ਜਿਹੇ, ਰਸੀਦ, ਨਿਲਾਮੀ, ਉਡਾਰੀਆਂ, ਸਾਰਾ ਕੁਝ। ਪਰ ਜਦੋਂ ਤੁਸੀਂ ਉਹਨੂੰ ਮੌਸਮ ਨਾਲ ਕੰਪੇਅਰ ਕਰਤਾ, ਫਿਰ ਇੱਥੋਂ ਦੇ ਘੱਟੋ ਘੱਟ ਜਿਹੜੇ ਲੋਕ ਜਿਹਨਾਂ ਨੂੰ ਨਹੀਂ ਪਤਾ ਜੇਠ ਹਾੜ ਸਾਉਣ ਭਾਦੋ ਅੱਸੂ ਕੱਤਕ ਪੋਹ ਮਾਘ ਫੱਗਣ ਕੀ ਹੁੰਦੇ ਆ, ਉਹਨੂੰ ਲੱਗਿਆ ਕਿ ਅੱਛਾ ਜਦੋਂ ਸਾਉਣ ਭਾਦੋ ਹੁੰਦੇ ਉਦੋਂ ਮੀਂਹ ਵਰਦੇ ਆ, ਜਦੋਂ ਜੇਠ ਹਾੜ ਹੁੰਦਾ ਉਦੋਂ ਤਪਦੀ ਧੁੱਪ ਹੁੰਦੀ ਆ, ਇਸ ਕਰਕੇ ਉਹਦੇ 'ਚ ਨਿਲਾਮੀ ਵਰਗਾ ਗਾਣਾ ਉਹਨਾਂ ਨੇ ਰਿਲੀਜ਼ ਕੀਤਾ ਸੀ। ਜਦੋਂ ਮਾਰਚ ਹੁੰਦਾ ਉਦੋਂ ਥੋੜ੍ਹੀ ਥੋੜ੍ਹੀ ਸੈਪਰੇਸ਼ਨ ਦੀ ਜਾਂ ਉਦਾਸੀ ਦੀ ਫੀਲ ਹੁੰਦੀ ਸੀ, ਕਰਕੇ ਤੇਰੇ ਵਾਸਤੇ ਸੀ। ਜਦੋਂ ਅਪ੍ਰੈਲ ਹੁੰਦਾ ਸਾਡੇ ਪੰਜਾਬ ਦੀ ਵਿਸਾਖੀ ਦਾ ਦੁਨੀਆ ਦਾ ਸਭ ਤੋਂ ਵੱਡਾ ਫੈਸਟੀਵਲ ਆ, ਇਸ ਕਰਕੇ ਉਹਨਾਂ ਨੇ ਰਸੀਦ ਵਰਗਾ ਫੋਕ ਲੋਰ ਦਾ ਗਾਣਾ ਕੱਢਿਆ। ਉਹਨਾਂ ਲੋਕਾਂ ਨੂੰ ਮੌਸਮ ਥੋੜ੍ਹੇ ਜਿਹੇ ਰਿਵਾਈਵ ਹੋ ਗਏ, ਯਾਦ ਹੋ ਗਿਆ ਕਿ ਅੱਛਾ ਇਹ ਵੀ ਨਾਮ ਹੁੰਦੇ ਆ। ਬਿਲਕੁਲ ਸਹੀ। ਇਸੇ ਤਰ੍ਹਾਂ ਦਰਿਆ, ਮੈਂ ਆਪਣੀ ਇਸ ਧਰਤੀ ਨੂੰ ਬਹੁਤ ਵਡਭਾਗੀ ਸਮਝਦਾ, ਜਿਹੜਾ ਦੁਨੀਆ ਦੇ ਅਰਥ ਦਾ ਇਹ ਏਰੀਆ ਆ, ਇਸ ਗੱਲੋਂ ਕਿੱਡਾ ਖੂਬਸੂਰਤ ਹੈ। ਖਾਸ ਤੁਸੀਂ ਹਿੰਦੁਸਤਾਨ ਦੀ ਹੀ ਗੱਲ ਕਰ ਲਓ, ਗੁਆਂਢੀ ਸਟੇਟ ਰਾਜਸਥਾਨ 'ਚ ਜਦੋਂ ਜਾਓ, ਉੱਥੇ ਕੱਲ੍ਹ ਵੀ ਮੈਂ ਅਖਬਾਰ 'ਚ ਫੋਟੋ ਦੇ ਦਿੱਤੀ ਸੀ, ਇੱਕ ਖੂਹ ਦੇ ਦੁਆਲੇ ਤਕਰੀਬਨ 1000 ਬੰਦੇ ਨੇ ਵਿੱਚ ਬਾਲਟੀ ਸਿੱਟੀ ਹੋਈ ਸੀ ਪੀਣ ਵਾਲਾ ਪਾਣੀ ਲੈਣ ਦੇ ਲਈ। ਅਸੀਂ ਉਹ ਲੋਕ ਹਾਂ ਜਿੱਥੇ ਦਰਿਆ ਵਗਦੇ ਨੇ ਔਰ ਅਸੀਂ ਇਹਨੂੰ ਫਿਰ ਵੀ ਚੈਰਿਸ਼ ਨਹੀਂ ਕਰਦੀ, ਅਸੀਂ ਫਿਰ ਵੀ ਗਲੋਰੀਫਾਈ ਨਹੀਂ ਕਰਦੇ, ਸ਼ੁਕਰਾਨਾ ਨਹੀਂ ਕਰਦੇ। ਸੋ ਮੈਨੂੰ ਸੀਗਾ ਕਿ ਯਾਰ ਵੀ ਜਿਸ ਵਜ੍ਹਾ ਕਰਕੇ ਇਸ ਧਰਤੀ ਦਾ ਨਾਮ ਪਿਆ, ਆਬ ਫਾਰਸੀ ਦਾ ਲਫ਼ਜ਼ ਹੈ, ਆਬ ਦਾ ਮਤਲਬ ਪਾਣੀ ਹੁੰਦਾ ਤੇ ਪੰਜ ਮਤਲਬ 5 ਦਰਿਆ, ਪਰ ਅਨਫੋਰਚੂਨੇਟਲੀ ਸਾਡੇ ਕੋਲ 2.5 ਰਹਿ ਗਏ ਨੇ। ਹੁਣ ਅਸੀਂ ਚੰਡੀਗੜ੍ਹੋਂ ਇੱਥੇ ਆਏ ਹਾਂ, ਜਲੰਧਰ ਤੇ ਸਤਲੁਜ ਟੱਪਿਆ, ਇੱਥੋਂ ਅੰਮ੍ਰਿਤਸਰ ਸਾਹਿਬ ਜਾਵਾਂਗੇ ਤੇ ਬਿਆਸ ਵੀ ਟੱਪ ਲਾਂਗੇ, ਕਦੀ ਪਠਾਨਕੋਟ ਜਾਵਾਂਗੇ ਤੇ ਥੋੜ੍ਹੀ ਜਿਹੀ ਰਾਵੀ ਦੇ ਦੀਦਾਰ ਹੋ ਜਾਣਗੇ, ਬਾਕੀ ਜੇਹਲਮ ਚਨਾਬ ਹੈ ਨਾ, ਤੇ ਉਹ ਉੱਧਰ ਰਹਿ ਜਾਂਦੇ ਆ।
ਮੈਂ ਕਿਹਾ ਜੇਕਰ ਪਿੱਛੇ ਜਾਣਾ ਤੇ ਮੁੱਢ ਕਦੀਮ ਚ ਕਿਉਂ ਨਾ ਜਾਈਏ, ਜਦੋਂ ਇੱਥੇ ਵੇਦਾਸ ਦੀ ਰਚਨਾ ਹੋਈ, ਇਹ ਉਹ ਧਰਤੀ ਆ ਜਿੱਥੇ ਆਰੀਅਨਸ ਆਏ, ਇਹ ਉਹ ਧਰਤੀ ਜਿੱਥੇ ਅਲੈਗਜ਼ੈਂਡਰ ਵਰਗੇ ਲੋਕਾਂ ਨੇ ਕੌਂਕਰ ਕੀਤਾ। ਸਿੰਧ ਵਰਗਾ ਦਰਿਆ ਜਿਹਨੇ ਜਿਹਨੇ ਟੱਪਿਆ ਉਹਨੇ ਸਿੰਧ ਤੋਂ ਹਿੰਦ ਤੇ ਹਿੰਦੁਸਤਾਨ ਨੂੰ ਫਤਿਹ ਕੀਤਾ, ਹੈ ਨਾ। ਸੋ ਉਹ ਚੀਜ਼ ਮੈਨੂੰ ਇਹ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਰਿਵਾਈਵ ਹੋ ਜਾਏ, ਲੋਕਾਂ ਨੂੰ ਯਾਦ ਆ ਜਾਏ ਕਿ ਯਾਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅਟਕ ਟੱਪਿਆ ਸੀ ਤੇ ਤਾਂ ਹੀ ਕਿਲ੍ਹਾ ਫਤਿਹ ਹੋਇਆ ਸੀ ਅਟਕ ਦਾ। ਇਸੇ ਤਰ੍ਹਾਂ ਘੱਗਰ, ਜਦੋਂ ਤੁਸੀਂ ਮਹਾਨਕੋਸ਼ ਭਾਈ ਕਾਹਨ ਸਿੰਘ ਨਾਭਾ ਦੇ ਵਿੱਚ ਸਪਤ ਸਿੰਧ ਦਾ ਅਰਥ ਪੜ੍ਹੋ ਤੇ ਉਹਨਾਂ ਕਿਹਾ ਕਿ ਘੱਗਰ ਤੇ ਸਿੰਧ ਦਰਿਆ ਦੇ ਵਿਚਲਾ ਇਲਾਕਾ, ਇਹ ਉਹਨਾਂ ਦੀ ਡਿਸਕ੍ਰਿਪਸ਼ਨ ਹੈ ਸਪਤ ਸਿੰਧੂ ਦੀ। ਸਪਤ ਸਿੰਧੂ ਰਿਗਵੇਦਾ ਦਾ ਲਫ਼ਜ਼ ਹੈ। ਉਦੋਂ ਇਹਨਾਂ ਦਰਿਆਵਾਂ ਦੇ ਨਾਮ ਵੀ ਹੋਰ ਹੁੰਦੇ ਸੀ। ਸਤਲੁਜ ਨੂੰ ਸਤਦਰਵ ਕਹਿੰਦੇ ਸੀ, ਬਿਆਸ ਨੂੰ ਵਿਪਾਸ਼ਾ ਕਹਿੰਦੇ ਸੀ, ਚਿਨਾਬ ਨੂੰ ਚੰਦਰਭਾਗਾ ਕਹਿੰਦੇ ਸੀ। ਇਹ ਉਹਨਾਂ ਦੇ ਪੁਰਾਤਨ ਸੰਸਕ੍ਰਿਤਿਕ ਨਾਮ ਨੇ। ਇਹਨਾਂ ਨਾਲ ਵੀ ਸਾਡੀ ਸਾਂਝ ਹੋਣੀ ਚਾਹੀਦੀ ਹੈ, ਸਾਨੂੰ ਪਤਾ ਹੋਣੇ ਚਾਹੀਦੇ ਆ ਘੱਟੋ ਘੱਟ, ਜੇਕਰ ਅਸੀਂ ਸਾਡੀ ਥੋੜ੍ਹੀ ਜਿੱਦਾਂ ਤੁਸੀਂ ਕਿਹਾ ਵੀ ਸਾਡੀ ਆਪਣੀ ਤਵਾਰੀਖ ਨਾਲ ਮੁਹੱਬਤ ਹੋਵੇ। ਸੋ ਇਹ ਉਹਦੀ ਵਜ੍ਹਾ ਸੀ ਕਿ ਮੈਂ ਰਿਵਾਈਵ ਕਰਾਂ ਪੁਰਾਤਨ ਸੰਸਕ੍ਰਿਤਿਕ ਚੀਜ਼ਾਂ ਨੂੰ, ਜਿਹੜੀਆਂ ਓਲਡ ਹੈਰੀਟੇਜ ਆ, ਜਾਂ ਜਿਹਨੂੰ ਕਹੋ ਸਾਡਾ ਜਿਹੜਾ ਐਨਸ਼ੀਐਂਟ ਜਿਓਗ੍ਰਾਫੀਕਲ ਫਾਰਮੇਸ਼ਨ ਹੈ ਇਸ ਧਰਤੀ ਦੀ, ਉਹ ਦੁਬਾਰਾ ਦੱਸੀਏ ਕਿ ਯਾਰ ਇਹ ਐਡਾ ਏਰੀਆ ਸੀਗਾ, ਹੌਲੀ ਹੌਲੀ ਹੁਣ ਕੱਟ ਕੇ ਅਸੀਂ, ਮੈਂ ਇੱਕ ਸਾਡਾ ਸ਼ੇਰ ਸੀ, ਚਲੋ ਪੰਜਾਬ ਤਾਂ ਹੁਣ ਸਾਡੇ ਕੋਲ ਬੱਚੇ ਨਹੀਂ, ਜਿੰਨੇ ਅਸੀਂ ਇੱਧਰ ਆ ਉਹਨਾਂ ਨੂੰ 3 ਗੁਣੇ ਉਸ ਪੰਜਾਬ 'ਚ ਰਹਿ ਗਏ ਆ ਅਨਫੋਰਚੂਨੇਟਲੀ। ਪਰ ਮਾਝੇ ਇਹ ਕੀ ਸੀਗਾ, ਕਰੀ ਨਾ ਕੰਮ ਕੋਈ ਐਸਾ ਕਿ ਮਗਰੋਂ ਭੰਡੀਆਂ ਹੋਵਣ, ਕਿ ਮੁਰਦਾਬਾਦ ਲਿਖ ਲੋਕਾਂ ਨਾ ਫੜੀਆਂ ਝੰਡੀਆਂ ਹੋਵਣ। ਇਹ ਮਾਝੇ ਮਾਲਵੇ ਵਾਲੇ ਮਿਟਾ ਦੇਵੋ ਫਰਕ ਸਾਰੇ, ਬਚੇ ਪਹਿਲਾਂ ਹੀ 2 ਦਰਿਆ ਨਾ ਮੁੜ ਫਿਰ ਵੰਡੀਆਂ ਹੋਵਣ। ਹਵਾਵਾਂ ਗਰਮ ਜਦ ਆਈਆਂ ਬੜੇ ਨੁਕਸਾਨ ਹੋਏ ਨੇ, ਕਿ ਹੁਣ ਸਰਤਾਜ ਦੀ ਬੇਨਤੀ ਹਵਾਵਾਂ ਠੰਡੀਆਂ ਹੋਵਣ। ਕਰੀ ਨਾ ਕੰਮ ਕੋਈ ਐਸਾ ਕਿ ਮਗਰੋਂ ਭੰਡੀਆਂ ਹੋਵਣ। ਇੱਕ ਉਹਦਾ ਹੋਰ ਸ਼ੇਰ ਸੀਗਾ ਕਿ ਜੇ ਉੱਪਰੋਂ ਭਗਤ ਸਿੰਘ ਵੇਖੇ ਤਾਂ ਟੁੱਟੀਆਂ ਗੰਢੀਆਂ ਹੋਵਣ, ਕਿਉਂਕਿ ਉਹਨਾਂ ਨੇ ਜਿਹੜੇ ਹੀਲੇ ਵਸੀਲੇ ਕੀਤੇ ਉਹ ਅਨਫੋਰਚੂਨੇਟਲੀ ਫਿਰ ਉੱਥੇ ਗਏ, ਪਰ ਉਹਨਾਂ ਨੂੰ ਲੱਗੇ ਕਿ ਸਾਡੀ ਹਾਲੇ ਸਾਂਝ ਸੁਰਜੀਤ ਆ, ਹਾਲੇ ਵੀ ਅਸੀਂ ਲਿਖ ਸਕਦੇ ਹਾਂ ਕਿ 10 ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਤੇ ਪੰਜਾਬ ਦੀ ਜੱਟੀਏ। 10 ਹੁਣ ਵੀ ਅਸੀਂ ਕਹਿ ਸਕਦੇ ਹਾਂ, ਦੱਸੀ ਕਦੋਂ ਆਊਗਾ ਨਹੀਂ ਹਜ਼ਾਰੇ ਵਾਲਾ ਮੁੰਡਾ। ਕਿਉਂਕਿ ਮੈਂ ਜਦੋਂ ਵੀ ਪੰਜਾਬ ਦੇਖਦਾ ਤੇ ਮੇਰੇ 'ਚ ਮੁਕੰਮਲ ਪੰਜਾਬ ਦੀ ਤਸਵੀਰ ਸਾਹਮਣੇ ਆਉਂਦੀ ਹੈ। ਸੋ ਮੇਰਾ ਇਹ ਇੱਕ ਛੋਟਾ ਜਿਹਾ ਉਪਰਾਲਾ ਸੀ। ਬਾਈ ਜੀ, ਨਿੱਕੀ ਜਿਹੀ ਕੁੜੀ ਜਦੋਂ ਗੀਤ ਆਇਆ ਨਾ, ਉਦੋਂ ਇਉਂ ਲੱਗਾ ਵੀ ਸੱਚੀ ਮੁੱਚੀ ਸਾਡੇ ਬਾਲਪਨ ਦੀ ਗੱਲ ਹੁੰਦੀ ਹੈ, ਥੋੜਾ ਮਾਰੇ ਬੱਚਿਆਂ ਦੀ ਗੱਲ ਹੁੰਦੀ ਹੈ, ਇਹ ਰੂੜੀਆਂ ਦੇ ਉੱਤੋਂ ਆਪਣਾ ਭਵਿੱਖ ਲੱਭਦੇ ਬੱਚਿਆਂ ਦੀ ਗੱਲ ਹੁੰਦੀ ਹੈ। ਇਹ ਬਸ ਸ਼ਬਦ ਬਾਉਣੇ ਪੈ ਜਾਂਦੇ ਆ ਉਹਦੀ ਵਿਆਖਿਆ ਕਰਨ ਦੇ ਲਈ। ਇਹ ਗੀਤ ਕਿਵੇਂ ਉਪਜਿਆ ਸੀ? ਇਹ ਤਾਂ ਬਹੁਤ ਹੀ ਓਰੀਜਨਲ ਸਾਡੇ ਨਾਲ ਘਟਨਾ ਸੀਗੀ। ਇਹ ਵੀ ਮੈਂ ਕਿਉਂਕਿ ਤਕਰੀਬਨ 2 ਦਹਾਕਿਆਂ ਤੋਂ ਚੰਡੀਗੜ੍ਹ ਪੜ੍ਹਨ ਆਏ ਸੀ, ਉੱਥੋਂ ਦੇ ਹੋ ਕੇ ਰਹਿ ਗਏ, ਅਤੇ ਅਸੀਂ ਇੱਕ ਸਟਿਲ ਫੋਟੋਗ੍ਰਾਫੀ ਲਈ ਜਾ ਰਹੇ ਸੀ। ਜੇਕਰ ਹਾਈ ਕੋਰਟ ਦੇ ਪਿਛਲੇ ਪਾਸੇ ਨਾ ਬੌਂਡ ਮਤਲਬ ਸਰਹੱਦ ਸ਼ੁਰੂ ਹੋ ਜਾਂਦੀ ਹਿਮਾਚਲ ਦੀ, ਅਤੇ ਇਲਾਕਾ ਵੀ ਉਸ ਤਰ੍ਹਾਂ ਦਾ ਸ਼ੁਰੂ ਹੋ ਜਾਂਦਾ ਹਿਮਾਚਲੀ, ਠੰਡਕ, ਤਹਿਜ਼ੀਬ, ਸਕੂਨ, ਮੱਥਿਆਂ 'ਤੇ ਲੋਕਾਂ 'ਤੇ ਨੂਰ, ਕਿਸੇ ਚੀਜ਼ ਦੀ ਕਾਹਲ ਨਹੀਂ, ਹੈ ਨਾ। ਉਹ ਛੋਟੇ ਛੋਟੇ ਚੋਅ ਵਗਣੇ ਸ਼ੁਰੂ ਹੋ ਜਾਂਦੇ, ਹਲਕੀਆਂ ਜਿਹੀਆਂ ਪਹਾੜੀਆਂ ਆ ਜਾਂਦੀਆਂ। ਸੋ ਅਸੀਂ ਉੱਥੇ ਫੋਟੋਗ੍ਰਾਫੀ ਕਰਨ ਲੱਗੇ ਇੱਕ ਜੰਗਲ 'ਚ, ਅਤੇ ਵਾਪਸ ਸ਼ਾਮ ਪੈ ਗਈ, ਛੋਟਾ ਜਿਹਾ ਹਨੇਰਾ ਹੋਇਆ, ਅਤੇ ਆਉਂਦੇ ਆਉਂਦੇ ਜਦੋਂ ਚੰਡੀਗੜ੍ਹ ਨੇੜੇ ਹੀ ਸੀਗਾ, ਸਾਡੇ ਗੱਡੀ ਦੇ ਅੱਗਿਓਂ ਇੱਕ ਛੋਟੀ ਜਿਹੀ ਬੱਚੀ ਨਿਕਲੀ। ਅੱਛਾ। ਅਤੇ ਉਹ ਭੱਜ ਕੇ ਮਤਲਬ ਉਹਨੇ ਤਾਰ ਟੱਪੀ, ਖੇਤ 'ਚ ਵੜ ਗਈ। ਜਦ ਅਸੀਂ ਗੱਡੀ ਰੋਕ ਲਈ, ਉਹਨੇ ਇੱਕ ਵਾਰੀ ਰੋਕੀ, ਫਿਰ ਉਹਨੇ ਦੇਖਿਆ ਕਿ ਮੈਨੂੰ ਦੇਖ ਕੇ ਗੱਡੀ ਰੁਕੀ, ਉਹਦੇ ਹੱਥ 'ਚ ਜੋ ਕੁਛ ਸੀਗਾ ਉਹਨੇ ਉੱਥੇ ਸੁੱਟਿਆ, ਅਤੇ ਉਹ ਉਸੇ ਖੇਤ 'ਚੋਂ ਦੂਸਰੇ ਪਾਸੇ ਨੂੰ ਦੌੜ ਗਈ। ਅਸੀਂ ਤਾਂ ਇਸ ਕਰਕੇ ਰੁਕੇ ਸੀ ਕਿ ਯਾਰ ਇਸ ਕਿੱਡੀ ਸੋਹਣੀ ਬੱਚੀ ਹੈ ਨੇ, ਕਿੰਨੀਆਂ ਬਾਲਣ ਨਿੱਕੇ ਦਾ ਚੱਕਾ ਹੋਇਆ, ਇਹਦੀ ਫੋਟੋ ਖਿੱਚਦੇ ਹਾਂ, ਹੈ ਨਾ। ਇੱਕ ਕੈਲੰਡਰ ਬਣ ਜਾਂਦਾ, ਇੱਕ ਪੋਸਟਰ ਬਣ ਜਾਂਦਾ ਪ੍ਰਿੰਟ ਕਰਕੇ। ਪਰ ਉਹਨੂੰ ਇਹ ਲੱਗਿਆ ਕਿ ਇਹ ਸ਼ਾਇਦ ਉਸ ਖੇਤ ਦੇ ਮਾਲਕ ਨੇ ਜਿੱਥੋਂ ਮੈਂ ਡੰਡੇ ਚੱਕ ਕੇ ਲਿਆਈ ਹਾਂ, ਜਾਂ ਜਿੱਥੋਂ ਮੈਂ ਇਹ ਜਿਹੜੇ ਫਲ ਫਰੂਟ ਉਹਨੇ ਚੱਕੇ ਹੋਣੇ। ਅਤੇ ਬਾਅਦ 'ਚ ਮੈਨੂੰ ਅਹਿਸਾਸ ਹੋਇਆ, ਅਤੇ ਮੈਨੂੰ ਲੱਗਾ ਯਾਰ ਇੱਥੇ ਬਹੁਤ ਮਾੜਾ ਕੰਮ ਹੋ ਗਿਆ। ਉਹਨੇ ਸਾਰਾ ਦਿਨ ਲਾਇਆ ਹੋਣਾ ਸ਼ਾਇਦ ਇਹਨਾਂ ਬਾਲਣ ਲਈ, ਆਹ ਫਲ ਪਤਾ ਨਹੀਂ ਕਿੱਥੇ ਲੱਭੇ ਹੋਣੇ ਉਹਨੂੰ। ਅਤੇ ਮੈਂ ਬੜਾ ਇੱਕ ਉਦਾਸ ਨਹੀਂ ਹੋ ਜਾਂਦਾ ਸ਼ਾਇਰ ਦਿਲ, ਉਸ ਤਰ੍ਹਾਂ ਹੋ ਗਿਆ। 2-3 ਦਿਨ ਮੈਂ ਇਸ ਤਰ੍ਹਾਂ ਹੀ ਰਿਹਾ। ਯੂਨੀਵਰਸਿਟੀ ਵੀ ਸ਼ਾਇਦ ਗਿਆ ਕਿ ਨਹੀਂ ਗਿਆ, ਮੇਰੇ ਕੋਲ ਅੱਜ ਵੀ ਡੇਟ ਹੈਗੀ ਹੈ ਜਦੋਂ ਮੈਂ ਲਿਖਿਆ ਸੀ ਉਹ। ਅਤੇ ਇਹ ਤੀਸਰੇ ਦਿਨ ਦਾ ਅਫਸਾਨਾ ਆ ਸਾਰੇ ਦੀ ਸਾਰੀ, ਕਿ ਅਸੀਂ ਗਏ ਘੁੰਮਣ, ਤੇ ਕੋਲ ਜੀਪ ਸੀ ਯਾਰਾਂ ਜਿਹੇ। ਥੋੜਾ ਤਰਨਮ ਦੇ ਵਿੱਚ ਹੋ ਜਾਏ। ਅੱਛਾ। ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀਪ ਸੀ। ਦੇਖੀਆਂ ਪਹਾੜਾਂ ਉੱਤੇ ਰੁੱਖ ਝਾੜੀਆਂ, ਬੱਚੇ ਸਾਨੂੰ ਵੇਖ ਮਾਰਦੇ ਸੀ ਤਾੜੀਆਂ। ਕਈ ਚੋਂ ਤੇ ਸੂਏ ਟੱਪੇ ਥਾਂ ਲੱਭ ਗਈ, ਜਿਹੜੀ ਅਸੀਂ ਭਾਲਦੇ ਸੀ ਛਾਂ ਲੱਭ ਗਈ। ਉੱਚੀ ਜਿਹੀ ਢਾਬ ਉੱਤੇ ਪਈ ਛੰਨ ਸੀ, ਆ ਗਏ ਨਜ਼ਾਰੇ ਹੋ ਗਈ ਧੰਨ ਧੰਨ ਸੀ। ਉੱਥੋਂ ਅਸੀਂ ਬੈਠ ਕੇ ਚੁਫੇਰਾ ਤੱਕਿਆ, ਰੱਬ ਦਾ ਬਣਾਇਆ ਹੋਇਆ ਘੇਰਾ ਤੱਕਿਆ। ਕੋਈ ਕੋਈ ਜਾਂਵਦਾ ਸੀ ਸ਼ਹਿਰ ਵੱਲ ਨੂੰ,
ਤੇ ਕੋਈ ਬੈਠਾ ਸੁਣਦਾ ਹਵਾ ਦੀ ਗੱਲ ਨੂੰ। ਆ ਤਿੱਲੇ ਵਾਲੀ ਜੁੱਤੀ ਉੱਤੇ ਧੂੜ ਪੈ ਗਈ, ਕੰਬਲੀ ਦੀ ਫੰਬੀ ਕੰਡਿਆਂ 'ਚ ਖਹਿ ਗਈ, ਜੰਗਲ 'ਚ ਘੁੰਮਦੇ ਨੂੰ ਖੂੰਡੀ ਲੱਭ ਗਈ, ਮੋਰਨੀ ਦੀ ਕੂਕ ਜਿਵੇਂ ਚੁੰਡੀ ਵੱਢ ਗਈ। ਮੈਨੂੰ ਲੱਗੇ ਬੇਲੇ ਮੱਝੀਆਂ ਮੈਂ ਚਾਰਦਾ, ਉੱਤੇ ਨੂੰ ਨਿਗਾਹਾਂ ਮੌਲਾ ਨੂੰ ਨਿਹਾਰਦਾ। ਕੋਈ ਬੰਨੇ ਪੱਗ ਸਰਤਾਜ ਦੀ ਤਰ੍ਹਾਂ, ਲਾਵੇ ਸਰ ਪੇਚ ਮਹਾਰਾਜ ਦੀ ਤਰ੍ਹਾਂ, ਹੋ ਕੇ ਫੇ ਤਿਆਰ ਤਸਵੀਰਾਂ ਲਾ ਲਈਆਂ, ਵੱਡੀਆਂ ਕਰਾ ਕੇ ਮਹਿਫਲਾਂ ਚ ਲਾ ਲੀਆਂ। ਫਿਰ ਅੱਗੇ ਜਿਹੜੀ ਉਹ ਹਾਦਸਾ ਸ਼ੁਰੂ ਹੋ ਜਾਂਦਾ, ਕਿਉਂਕਿ ਉਦੋਂ ਤੱਕ ਇਹ ਸਾਰਾ ਕੁਝ ਵਾਪਰ ਗਿਆ। ਅਸੀਂ ਉੱਥੇ ਜਾ ਕੇ ਤਿਆਰ ਹੋਏ, ਫੋਟੋਆਂ ਖਿੱਚੀਆਂ, ਵਾਪਸ ਬੈਠ ਕੇ ਆ ਗਏ। ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ, ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ, ਛੋਟੀ ਜਿਹੀ ਬਾਂਹ ਤੇ ਸੀ ਲਿਫਾਫਾ ਟੰਗਿਆ, ਪਤਾ ਨਹੀਂ ਗਰੀਬਣੀ ਨੇ ਕਿੱਥੋਂ ਮੰਗਿਆ। ਅਸੀਂ ਕੋਲੋਂ ਲੰਘੇ ਤਾਂ ਪਿਆਰੀ ਲੱਗੀ ਸੀ, ਕੁੱਲ ਕਾਇਨਾਤ ਚੋਂ ਨਿਆਰੀ ਲੱਗੀ ਸੀ। ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ, ਉਹਨੂੰ ਕੁਝ ਦਿਆਂਗੇ ਜੀ ਇਸ ਆਸ ਤੇ। ਪਰ ਗੱਡੀ ਦੇਖ ਰੁਕਦੀ ਉਹ ਡਰ ਗਈ ਸੀ, ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਸੀ। ਪੰਡ ਤੇ ਲਿਫਾਫਾ ਬੱਚੀ ਸੁੱਟ ਦੌੜ ਗਈ, ਸਾਡੀਆਂ ਖੁਆਹਿਸ਼ਾਂ ਨੂੰ ਲੁੱਟ ਦੌੜ ਗਈ। ਉਹਨੂੰ ਸ਼ਾਇਦ ਲੱਗਿਆ ਇਹ ਉਹੀ ਨੇ ਬੰਦੇ, ਜਿਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਿਹੇ ਡੰਡੇ। ਪੁੱਛੋ ਨਾ ਜੀ ਸੀਨੇ ਵਿੱਚ ਛੇਕ ਪੈ ਗਿਆ, ਪੁੱਛੋ ਨਾ ਜੀ ਸੀਨੇ ਵਿੱਚ ਛੇਕ ਪੈ ਗਿਆ, ਬਾਲਣ ਲਿਫਾਫਾ ਵੇਖਦਾ ਹੀ ਰਹਿ ਗਿਆ। ਹਾਏ ਪਤਾ ਨਹੀਂ ਸੀ ਕਿੰਨੀ ਵਾਰੀ ਜਾਣਾ ਚੁੱਕਿਆ, ਹੁਣ ਮਰ ਜਾਣੀ ਨੇ ਸਿਰਾਂ ਤੇ ਸੁੱਟਿਆ। ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ, ਹੋ ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ, ਫੇਰ ਸਰਤਾਜ ਚੁੱਪਚਾਪ। ਵਾਹ ਕੀ ਬਾਤ, ਕੀ ਬਾਤ ਹੈ। ਇਹੋ ਲੱਗਦਾ ਵੀ ਨਾ ਤਾੜੀ ਵੀ ਮਾਰ ਕੇ ਨਾ ਇਹਦੇ ਵਿੱਚ ਕੋਈ ਖਲਲ ਨਾ ਪੈਦਾ ਕਰੇ। ਜੀ ਬਿਲਕੁਲ। ਨਾਲੇ ਇਹੋ ਲੱਗਦਾ ਹੈ ਕਿ ਜਿਵੇਂ ਇਸ ਗੀਤ ਨੂੰ ਸੁਣਦਿਆਂ ਵੀ ਅਸੀਂ ਵੀ ਨਾਲ ਹੀ ਸੀ, ਸਾਰਾ ਕੁਝ ਅੱਖੀਂ ਵੇਖਿਆ, ਸਾਰਾ ਕੁਝ ਨਾਲ ਹੰਡਾਇਆ ਤੇ ਸਾਰਾ ਕੁਝ ਸਾਡੇ ਸਾਹਮਣੇ ਹੀ ਹੋਇਆ ਹੈ ਨਾ। ਇੰਨੀ ਸਰਲ ਭਾਸ਼ਾ ਔਰ ਇੰਨਾ ਸਿੱਧਾ ਸਿੱਧਾ, ਮਤਲਬ ਕਿਆ ਹੀ ਕਹਿਣੇ, ਕਮਾਲ ਕਰ ਦਿੱਤੀ। ਬਾਈ ਜੀ ਇੱਕ ਦੱਸੋ ਕਿ ਮੈਂ ਨਾ ਤੁਹਾਡੀ ਇੱਕ ਮੁਲਾਕਾਤ ਦੇਖੀ ਸੀ ਕਿਸੇ ਟੀਵੀ ਚੈਨਲ ਤੇ ਜੀ। ਤੁਸੀਂ ਆਖਿਆ ਸੀ ਕਿ ਇੱਕ ਵੇਲਾ ਸੀ ਜਦੋਂ ਮੈਂ 4-4 5-5 ਗੀਤ ਲਿਖ ਦਿੰਦਾ ਸੀ ਜੀ, ਉਹਦੀਆਂ ਮੈਂ ਤਰਜ਼ਾਂ ਬਣਾ ਲੈਂਦਾ ਸੀ, ਕੰਪੋਜੀਸ਼ਨ ਜੀ। ਪਰ ਫਿਰ ਇੱਕ ਵਕਤ ਆਇਆ ਜਦੋਂ ਤੁਹਾਡੇ ਨਾਲ ਗੀਤ ਰੁੱਸ ਗਏ। ਰੁੱਸ ਕਿਉਂ ਗਏ? ਦੇਖੋ ਜਿੱਦਾਂ ਸਾਨੂੰ ਇਹ ਨਹੀਂ ਨਾ ਪਤਾ ਲੱਗਦਾ ਮਾਸੂਮੀਅਤ ਕਦੋਂ ਗਾਇਬ ਹੋ ਜਾਂਦੀ ਹੈ ਤੁਹਾਡੇ ਚਿਹਰੇ ਤੋਂ, ਇਸ ਤਰ੍ਹਾਂ ਗੀਤਾਂ ਦੇ ਰੁੱਸਣ ਦੀ ਤੁਹਾਨੂੰ ਵਜ੍ਹਾ ਨਹੀਂ ਲੱਭ ਸਕਦੇ ਤੁਸੀਂ। ਉਹ ਗੀਤ ਇਸ ਤਰ੍ਹਾਂ ਹੀ ਸੀਗਾ, 2007-8 ਦੀ ਗੱਲ ਹੋਣੀ ਹੈ, ਜਦੋਂ ਮੇਰੀ ਡਾਕਟਰੇਟ ਕੰਪਲੀਟ ਹੋਣ ਵਾਲੀ ਸੀ ਤੇ ਮੈਂ ਜ਼ਿਆਦਾ ਦੇਰ 12-12 ਘੰਟੇ 9 to 9 ਸਾਡੀ ਲਾਇਬ੍ਰੇਰੀ ਖੋਲ੍ਹਦੀ ਸੀ। ਮੈਂ ਪਹਿਲਾ ਬੰਦਾ ਹੁੰਦਾ ਸੀ ਜਿਹੜਾ ਲਾਇਬ੍ਰੇਰੀ ਦੇ ਅੱਗੇ ਖੜਾ ਹੁੰਦਾ ਸੀ 9 AM, ਮੈਂ ਆਖਰੀ ਹੁੰਦਾ ਜਿਹਨੂੰ ਉਠਾਉਂਦੇ ਸੀ, ਅੱਛਾ ਹੁਣ ਬੰਦ ਕਰਨਾ, ਚਲੋ ਜਾਓ। ਸੋ ਸਾਰਾ ਟਾਈਮ ਤੁਸੀਂ ਪੜ੍ਹਾਈ ਵੀ ਨਹੀਂ ਕਰ ਸਕਦੇ। ਉਸ ਤੋਂ ਇਲਾਵਾ ਮੈਂ ਵੱਡਿਆਂ ਸ਼ਾਇਰਾਂ ਨੂੰ ਪੜ੍ਹਨਾ ਜਾਂ ਜੋ ਵੀ ਹੱਥ ਹੈ, ਜਿਹੜੀ ਵੀ ਕਿਤਾਬ ਚੰਗੀ ਲੱਗੀ, ਉਦੋਂ ਮੈਨੂੰ ਪਤਾ ਲੱਗਾ ਕਿ ਬਲਰਾਜ ਸਾਹਨੀ ਸਾਹਿਬ ਲੇਖਕ ਵੀ ਨੇ, ਸਿਰਫ ਐਕਟਰ ਨਹੀਂ ਹੈਗੇ। ਤੇ ਸੋ ਉਹਨਾਂ ਨੂੰ ਪੜ੍ਹਦੇ ਪੜ੍ਹਦੇ ਤੁਸੀਂ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ ਸਹੀ। ਜਿਵੇਂ ਜਦ ਦਿਲਬਰ ਦੇ ਹੱਕ ਵਿੱਚ ਦਿਲਬਰ ਭਰੀ ਗਵਾਹੀ, ਖਾਲੀ ਸੋਚ ਦੇ ਵਿੱਚ ਜਜ਼ਬੇ ਦੀ ਭਰੀ ਸਿਆਹੀ, ਫਿਰ ਤਾਂ ਕਲਮ ਘੜੀਸ ਵੀ ਕਲਮ ਨਵੀਸ ਬਣੇ, ਫਿਰ ਸਾਡੇ ਲਈ ਵਾਰਿਸ ਦੇ ਬੋਲ ਹਦੀਸ ਬਣੇ, ਕੌਣ ਕਹੇ ਪੱਕੇ ਪਲ ਯਾਦਾਂ ਦੇ ਚੀਸ ਬਣੇ। ਸੋ ਇਸ ਕਰਕੇ ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਦੇਖਣਾ ਯਾਰ ਕਿ ਅੱਛਾ ਇਹਨਾਂ ਨੇ ਇਹ ਗੱਲ ਕਿਸ ਤਰ੍ਹਾਂ ਲਿਖੀ, ਇਹ ਲਫ਼ਜ਼ ਕਿੱਥੋਂ ਆਏ, ਇਹ ਤਸ਼ਬੀਹ ਕੀ ਆ, ਇਹ ਬਹਿਰਬੰਦੀ ਕੀ ਹੁੰਦੀ ਹੈ, ਛੰਦਬੰਦੀ ਕੀ ਹੁੰਦੀ ਆ, ਕਾਫੀਆ ਕੀ ਆ, ਰੂਜ਼ ਕੀ ਆ, ਪਿੰਗਲ ਕੀ ਆ, ਰਦੀਫ ਕੀ ਆ, ਇਹ ਸਾਰੀਆਂ ਚੀਜ਼ਾਂ ਨੂੰ ਨਾ ਟੈਕਨੀਕੈਲਿਟੀ ਨੂੰ ਮੇਰਾ ਸ਼ੌਕ ਹੀ ਸੀਗਾ ਪੜ੍ਹਨ ਦਾ। ਤੇ ਉਹਨੂੰ ਪੜ੍ਹਦੇ ਪੜ੍ਹਦੇ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਖੁਦ ਕਦੋਂ ਸ਼ਾਇਰ ਹੋ ਗਏ, ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ ਉਹਨਾਂ ਵਰਗਾ ਨਹੀਂ, ਉਹਨਾਂ ਤੋਂ ਮੁਤਾਸਿਰ ਹੋ ਕੇ। ਕਿਉਂਕਿ ਮੈਂ ਕਹਿੰਦਾ ਹੁੰਦਾ ਕਿ ਬੜੇ ਬੜੇ ਫਨਕਾਰਾਂ ਨੂੰ ਮੈਂ ਸੁਣ ਕੇ ਆਪਾ ਭਰਦਾ ਹਾਂ, ਸਭ ਕੁਝ ਕਹਿ ਗਏ ਸ਼ਾਇਰ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰਦਾ। ਕੀ ਬਾਤ ਹੈ। ਖਿਆਲ ਤਾਂ ਸਾਰੇ ਉਹੀ ਨੇ ਜੀ, ਨਥਿੰਗ ਇਜ਼ ਅਨਸੈਟ ਸਟਿਲ। ਅੱਜ ਤੱਕ ਅਸੀਂ ਜੋ ਵੀ ਕਹਿੰਦੇ, ਜੋ ਵੀ ਕੁਝ ਕਿਹਾ ਗਿਆ, ਪਰ ਤੁਸੀਂ ਆਪਣੇ ਤਰੀਕੇ 'ਚ ਕਹਿ ਰਹੇ ਹੋ, ਇਸ ਕਰਕੇ ਨਵਾਂ ਲੱਗਦਾ ਕਿ ਖਿਆਲ ਤਾਂ ਸਾਰੇ ਉਹੀ ਨੇ, ਬਸ ਵੱਖਰਾ ਜਿਹਾ ਤਰੀਕਾ ਏ। ਅਸੀਂ ਅਜ਼ਲ ਤੋਂ ਜਾਹਿਲ ਸੀ, ਉਹਨਾਂ ਤੋਂ ਲਿਆ ਸਲੀਕਾ ਏ। ਬਾਗ ਉਹਨਾਂ ਨੇ ਲਾਏ ਸੀ, ਮੈਂ ਤਾਂ ਜਾ ਕੇ ਬਸ ਚਰਦਾ ਹਾਂ। ਬੜੇ ਬੜੇ ਫਨਕਾਰਾਂ ਨੂੰ ਮੈਂ ਸੁਣ ਕੇ ਆਪਾ ਭਰਦਾ ਹਾਂ, ਸਭ ਕੁਝ ਕਹਿ ਕੇ ਸ਼ਾਇਰ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰਦਾ। ਸੋ ਇਸ ਤਰ੍ਹਾਂ ਹੋਣਾ
ਕਿ ਸਵੇਰੇ ਬੈਠੇ ਪੀਐਚਡੀ ਤਾਂ ਪਤਾ ਨਹੀਂ ਪਿੱਛੇ ਰਹਿ ਗਈ, ਗਾਣੇ ਜ਼ਿਆਦਾ ਆਉਣ ਲੱਗੇ, 4-4 5-5 ਗਾਣਾ ਲਿਖ ਲਿਆ, ਸਟੂਡੈਂਟ ਸੈਂਟਰ ਤੇ ਚਲ ਗਏ, ਦੋਸਤਾਂ ਨੂੰ ਸੁਣਾਤਾ, ਚਾਹ ਉਹਨਾਂ ਨੇ ਮੈਨੂੰ ਚਾਹ ਪਿਲਾ ਦੇਣੀ, ਮੈਂ ਉਹਨੂੰ ਗਾਣਾ ਸੁਣਾ ਦੇਣਾ, ਚਲੋ ਜੀ ਫਿਰ ਲਾਇਬ੍ਰੇਰੀ 'ਚ ਪੜ੍ਹਦੇ ਫਿਰ ਗਾਣਾ ਆ ਗਿਆ, ਨਾਲ ਹੀ ਤਰਜ਼ ਬਣ ਜਾਣੀ। ਮੈਨੂੰ ਅੱਜ ਵੀ ਯਾਦ ਹੈ ਸ਼ਾਮ ਦਾ ਵੇਲਾ ਜਦੋਂ ਦਿਲ ਸਭ ਦੇ ਵੱਖਰੇ ਜੀ ਲਿਖਿਆ ਗਿਆ, 7:30 ਦਾ ਟਾਈਮ ਹੋਣਾ, 2007 ਦੀ ਹੀ ਗੱਲ ਆ। ਤੇ ਜਦੋਂ ਇਹ ਗਾਣਾ ਲਿਖਿਆ ਤੇ ਮੈਨੂੰ ਇਹ ਹੋਵੇ, ਮੈਂ ਕਿਹਾ ਹੁਣ ਮੈਂ ਦੋਸਤਾਂ ਨੂੰ ਜਾ ਕੇ ਸੁਣਾਵਾਂ, ਇਹ ਤੇ ਬੜੀ ਯੂਨੀਕ ਚੀਜ਼ ਬਣ ਗਈ ਕਿ ਨਾ ਮੈਨੂੰ ਦਿਸਣ ਸੁਪਨਿਆਂ 'ਚ ਘੜੇ ਗੁਲਾਬੀ ਲਹਿਰੀਏ ਨਾ ਵੀ ਲਾਲ ਜਰੰਗੇ ਧੁੱਪੇ ਨੇ ਟੰਗੇ ਲਲਾਰਨ ਪਾਉਂਦੀ ਜੀ ਲੀੜੇ ਸੁੱਕਣੇ, ਕਈ ਛਿੰਦੀਆਂ ਲਾਡਲੀਆਂ ਪਾਲਕੀ ਚੜੀਆਂ ਮਹਿਲ ਵਿੱਚ ਬੜੀਆਂ ਜੀ ਖੇਖਣ ਪਿੱਟੀਆਂ ਨਾਜ਼ ਨਹੀਂ ਮੁੱਕਣੇ, ਕੋਈ ਹੇਕ ਸਮੁੰਦਰੀ ਜਿਹੀ ਪਾਉਣ ਦੇ ਵਰਗੀ ਅੰਦਰ ਘਰ ਕਰ ਗਈ ਨਹੀਂ ਚੜੀ ਚਵਾਰੇ, ਤੂੰ ਗਿਣਦੀ ਤਾਰੇ ਨੇ ਦੱਸ ਕਿਉਂ ਪਰੀਏ, ਦਿਲ ਸਭ ਦੇ ਵੱਖਰੇ ਜੀ, ਕਿਸੇ ਦੀ ਲੋਰ ਕਿਸੇ ਦਾ ਜ਼ੋਰ, ਅਸੀਂ ਕੀ ਕਰੀਏ। ਹਾਂ, ਸੋ ਇਹ ਇਸ ਤਰ੍ਹਾਂ ਹੋਣੀ, ਅਫਸਾਨਾਗਰੀ ਹੋਣੀ ਸ਼ੁਰੂ ਹੋ ਗਈ, ਤਰਜ਼ਾਂ ਆਪਣੇ ਆਪ ਔੜਨੀਆਂ ਸ਼ੁਰੂ ਹੋ ਗਈਆਂ ਸੁਣਾਉਣੀਆਂ। ਪਰ ਸਮਹੋ ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਡੇ ਤੇ ਮੈਂਟਲ ਪ੍ਰੈਸ਼ਰ ਆ, ਜਾਂ ਤੁਹਾਡੇ ਗਾਈਡ ਨੇ ਕੁਝ ਕਹਿਤਾ, ਤੁਸੀਂ ਹੋਰ ਪਾਸੇ ਲੱਗ ਗਏ ਤੇ ਤੁਸੀਂ ਉਸ ਪਾਸੇ ਧਿਆਨ ਨਹੀਂ ਦਿੱਤਾ ਜਾਂ ਧਿਆਨ ਹੋਇਆ ਨਹੀਂ, ਤੇ ਹਫਤਾ ਲੰਘ ਗਿਆ ਤੇ ਕੋਈ ਗਾਣਾ ਨਹੀਂ, ਤੇ ਦੋਸਤ ਪੁੱਛਣ ਹਾਂ ਬਈ ਤੇਰੀ ਚਾਹ ਹਾਲੇ ਰਹਿੰਦੀ ਆ, ਕਿੱਥੇ ਆ ਤੇਰੇ ਗਾਣੇ। ਤੇ ਫਿਰ ਉਹ ਹਫਤੇ ਬਾਅਦ ਜਿਹੜਾ ਗਾਣਾ ਬਣਿਆ ਉਹ ਸੀਗਾ ਕਿ ਮੇਰੇ ਗੀਤਾਂ ਮੈਨੂੰ ਪੁੱਛਿਆ ਤੇਰੋ ਸਾਜਿਆ ਕੀਤਾ, ਐਨੀ ਦੇਰ ਕਿੱਥੇ ਲਾਈ ਸਾਨੂੰ ਲੈਣ ਕਿਉਂ ਨਹੀਂ ਆਇਆ, ਤੇਰੇ ਗਮ ਅਤੇ ਖੁਸ਼ੀ 'ਚ ਸ਼ਰੀਕ ਅਸੀਂ ਹੁੰਦੇ, ਐਵੇਂ ਕੱਲਾ ਰਿਆਂ ਯਾਰਾ ਸਾਨੂੰ ਕਹਿਣ ਕਿਉਂ ਨਹੀਂ ਆਇਆ। ਕੀ ਬਾਤ ਹੈ। ਅੱਗੇ ਹੀ ਸ਼ਾਇਰ ਜਿਹੜਾ ਅਫਸਾਨੇ ਨੂੰ ਜਵਾਬ ਦੇ ਰਿਹਾ ਕਿ ਮੇਰੇ ਗੀਤ ਬੜੇ ਭੋਲੇ ਹਾਲੇ ਬੜੇ ਅਣਜਾਣ, ਇਹ ਨਹੀਂ ਜਾਣਦੇ ਕਿ ਇਹਨਾਂ ਤੀਕ ਆਉਣਾ ਕਿੰਨਾ ਔਖਾ, ਰੂਹ ਨੂੰ ਹੋਣਾ ਪੈਂਦਾ ਖਾਲੀ ਸੁੱਚੇ ਗੁੰਬਦਾਂ ਦੇ ਵਾਂਗੂ, ਪੌੜੀ ਲਫ਼ਜ਼ਾਂ ਦੀ ਸੋਚ ਨੂੰ ਚੜਾਉਣਾ ਕਿੰਨਾ ਔਖਾ, ਕਿਵੇਂ ਦੱਸਾਂ ਮੇਰੇ ਕੋਲ ਹੈ ਨੀ ਸਾਦਗੀ ਸੱਚਾਈ, ਇਹ ਤਾਂ ਪੁੱਛਦੇ ਤੂੰ ਸਾਡੇ ਕੋਲ ਰਹਿਣ ਕਿਉਂ ਨਹੀਂ ਆਇਆ। ਕੀ ਬਾਤ ਹੈ। ਮੇਰੇ ਗੀਤਾਂ ਮੈਨੂੰ ਪੁੱਛਿਆ ਤੇਰੋ ਸਾਜਿਆ ਕੀਤਾ, ਐਨੀ ਦੇਰ ਕਿੱਥੇ ਲਾਈ ਸਾਨੂੰ ਕੀ ਬਾਤ ਹੈ। ਰਹਿਣ ਕਿਉਂ। ਕੀ ਬਾਤ ਹੈ। ਹਰਮਨ ਜੀ, ਗੱਲ ਇਹ ਹੈ ਕਿ ਸਤਿੰਦਰ ਸਰਤਾਜ ਹੋਰਾਂ ਨੂੰ ਸੁਣ ਕੇ ਜੀ ਤੇ ਰੂਹ ਰੱਜਦੀ ਨੀ ਗੀ, ਬਿਲਕੁਲ ਹਾਲੇ ਵੀ ਜੀ ਕਰਦਾ ਵੀ ਗੱਲਾਂ ਕਰੀ ਜਾਗੇ ਜੀ, ਹਾਲੇ ਨਾ ਮੁੱਕਣ ਵਾਲੀਆਂ ਗੱਲਾਂ ਸਾਡੀਆਂ। ਬਿਲਕੁਲ ਇਸ ਕਿਸ਼ਤ ਦੇ ਲਈ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ। ਸਾਨੂੰ ਤੇ ਨਾ ਹੁੰਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।